श्लोक महला पहला पहला सुचा बोए सुचे बैठाया है सुचे अगे रखण कोई न टुटियो जाए सुचा होए कि जिवे लगे पढ़न श्लोक होती जा सटया किसे लगा दो आदि देवता पानी देवता बिस्मिल देवता लो पंजवा पाया किरता हूँ पापी सियोतन गड्ढे सुखा पई टिक जित मुख नाम न उतरे बिना व्यर्थ खाए नानक वह जानिए चित मुख तुका पाए माला पहला पढ़ जमिए पढ़ निमिए पढ़ मंगण में आहो पंडो होवे दोस्ती पंडो चले पंड मुआ पंड पहलिए पंड होवे बंधान सो क्यों मंदा आखिए जित जमे राजा पंडो ये पंड उपज पंड बाज न कोय नानक पंड बाहर एको सच्चा सो जित मुख सदा सालाही है भागा रती ख्याल नानक ते मुख उजले एक सच्चे दरबार और संपवा जिस नाही सोचण कंदिए कि तया को अपना आपे ही देखा संदिए काका इस दार को हंदिए मलक सहनाया और अखर ए हो बुझिए पिता को अपना पहले का संडिए जरेणा ना कायदगार बंडिए बंदा किसे ना किए पड़ खड़े हो पूछिए मूर्ख नाल न उठिए मूर्ख नाल न उठिए गुरसिखा मन बधाइयां जिन मेरा सतगुर डिठा राम राजे कोई कर कल सुनावे हर नाम की लगे गुर सिखा मन हर तर कह गुर सिख पहनाइए जिन्ना मेरा सतगुर जन नानक हर हर होया हर हर मन बुठा श्लोक महला पहला नानक के बोले जन्म लिखा होए लिखा सदिए लिखे लिखी सोई टिका दरगे सतिए मधु कभी के पाए टिका मूर्ख किए पाना ले जाए माला पहला झूठे पैद दुनिया अंदर फैल 68 तेरस जे नावे उतरे नहीं मैं जिन पट अंदर बाहर पुतड़ ते भले संसार तिनने हो लगा रब सेती देखने विचार रंग हंस है रंग रोवे चुप भी कर जाए परवाह नहीं किसे के दी बाज सचना दरबार पर खर्च मंगा जब दे ता खाए दीवान को कलम एक करिए जी बेटे। हाँ जी जी वाहिगुरु जी का खालसा वाहिगुरु जी की फतेह। साड़ी गोल्डन प्लेटिनम जोड़ी जी।
ਵਾਹਿਗੁਰੂ ਵਾਹ ਜੀ, ਇੱਕ- ਕਰੋ ਜੀ, ਕਰੋ ਸ਼ੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ। ਆਹਾ, ਆਨੰਦ ਜੀ, ਬਹੁਤ ਆਨੰਦ ਆ ਜੀ। ਮੈਨੂੰ ਲੱਗਦਾ ਸੀ ਕਿ ਇਹ ਜਿਹੜੀ ਤੁਸੀਂ ਵਾਹਿਗੁਰੂ ਦੀ ਧੁਨ ਹੈ ਉਹ ਚਲਦੀ ਰਵੇ, ਬਾਰ-ਬਾਰ ਸੁਣਦੇ ਰਹੀਏ। ਤੇ ਜੋਤ ਜੀ, ਇਹ ਮਿਠਾਸ ਮੈਨੂੰ ਲੱਗਦਾ ਧੁਰੋਂ ਚਲੀ ਆਈ ਪਾਪਾ ਤੋਂ ਵਾਪਸ, ਮੈਨੂੰ ਲੱਗਦਾ ਹੋਰ ਡਬਲ ਹੋ ਕੇ ਤੁਹਾਡੇ ਕੋਲ ਆ ਗਈ ਹੈ ਨਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਲੋ, ਜਲਨੇ ਕੋਲ ਤਾਂ ਹੈ ਬੋਰੇ ਭਰੇ ਹੋਏ ਜੀ। ਥੋੜੀ ਥੋੜੀ ਸਾਨੂੰ ਇੱਥੇ ਇੰਡੀਆ 'ਚ ਭੇਜ ਦਿਆ ਕਰੋ ਨਾਲ ਨਾਲ। ਅਸੀਂ ਉਹ ਲੈ ਰਹੇ ਨਹੀਂ ਤੁਹਾਡੇ ਕੋਲੋਂ, ਅਸੀਂ ਵਡਾਈ ਵਿਚਾਰ ਥਰੂ ਸਾਨੂੰ ਅਸੀਂ ਲੈਣੇ ਰਹਿੰਦੇ ਥੋੜੀ ਥੋੜੀ। ਹਾਂ, ਨਹੀਂ, ਮੈਂ ਜਿਹੜਾ ਤੁਹਾਡੇ ਕੋਲ ਸੋਰਸ ਹੈ ਨਾ, ਮੈਂ ਵੀ ਉੱਥੋਂ ਹੀ ਲੈ ਰਿਹਾ ਜੀ। ਤੁਹਾਨੂੰ ਮੇਰੇ ਕੋਲ ਪਹਿਲਾਂ ਮਿਲੀ ਹੋਈ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮੈਨੂੰ ਤਰੁੱਟ ਕੇ ਸੱਚੇ ਬਾਦਸ਼ਾਹ ਨੇ ਦਿੱਤੀ ਹੈ। ਵਾਹਿਗੁਰੂ। ਵਾਹ ਜੀ। ਮੈਂ ਬੇਨਤੀ ਕਰਾਂਗਾ ਕਿ ਅੱਜ ਨਵਜੋਤ ਜੀ ਜਿਹੜੇ ਦੋ ਸ਼ਲੋਕਾਂ ਜਾਂ ਅਗਲੇ ਸ਼ਲੋਕਾਂ ਦੇ ਵਿਚਾਰ ਆਪਾਂ ਕਰਨੀ ਹੈ ਨਾ, ਹਾਂਜੀ, ਉਹ ਅੱਜ ਸੱਚੇ ਪਾਤਸ਼ਾਹ ਨੇ ਪਤਾ ਨਹੀਂ ਇਹੋ ਜੀ ਢੋ ਮੇਲ ਮਿਲਾਇਆ ਕਿ ਬਿਲਕੁਲ ਤੁਹਾਡੇ ਦੋਵਾਂ ਤੇ ਟੁਕਦੇ ਜੀ। ਸਾਰੀ ਪੜ੍ਹਾਈ ਤੇ ਹੈ ਔਰ ਭਗਤੀ ਤੇ ਹੈ, ਦੋਵੇਂ ਚੀਜ਼ਾਂ ਤੁਹਾਡੇ ਕੋਲ ਨੇ। ਬੜੀ ਅੱਛੀ ਪੜ੍ਹਾਈ ਤੁਹਾਡੇ ਕੋਲ ਵੀ, ਜਲਨਿਤ ਕੋਲ ਵੀ, ਦੋਨਾਂ ਕੋਲ ਬੜੀ ਸੱਚੀ ਸੱਚੀ ਭਗਤੀ ਵੀ ਹੈ। ਆਹ ਵਾਹਿਗੁਰੂ, ਅੱਜ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਬੜਾ ਵਧੀਆ ਸਮਾਂ ਸਾਨੂੰ ਇਹ ਟੁੱਟ ਕੇ ਦਿੱਤਾ, ਅਤਿਅੰਤ ਵੱਡੇ ਭਾਗ ਸਾਡੇ, ਤਾਂ ਹੀ ਅਸੀਂ ਇਹ ਸਾਰੀ ਵਡਿਆਈ ਵਿਚਾਰ ਵਿੱਚ ਜੁੜ ਬੈਠੇ ਹਾਂ ਜੀ। ਆਓ, ਸਾਡੀ ਜਿੰਨੇ ਅਸੀਂ ਪਿਆਰ ਨਾਲ ਇਹ ਜਾਪ ਕੀਤਾ ਹੈ, ਦਿਵਜੋਤ ਜੀ ਅੱਜ ਸਾਨੂੰ ਦੇ ਕੇ ਜਾਣਾ ਜੀ ਕੁਛ, ਜਿਹੜਾ ਤੁਹਾਡੇ ਕੋਲ ਹੈਗਾ। ਦੋਨਾਂ ਨੂੰ ਤੁਹਾਨੂੰ, ਤੁਹਾਡੇ ਕੋਲ ਆਪਣੇ ਕੋਲ ਵੀ ਕਮਾਈ ਤੁਹਾਡੀ ਪਿੱਛੋਂ ਵੀ ਮਿਲੀ ਹੈ ਤੁਹਾਨੂੰ। ਜੋ ਅੱਜ ਕਬੀਰ ਜੀ ਸਾਨੂੰ ਕਹਿ ਰਹੇ ਨੇ ਨਾ ਕਿ ਮੈਂ ਜਾਣਿਓ ਪੜ੍ਹਬੋ ਭਲੋ, ਕਿ ਤੁਸੀਂ ਸਪਿਰਚੁਅਲਿਟੀ ਤੇ ਪੜ੍ਹਾਈ ਕਿਵੇਂ ਦੋਨਾਂ ਨੇ ਆਪਣੇ ਅੰਦਰ ਰੱਖੀ ਹੋਈ ਹੈ, ਉਹਦਾ ਵੀ ਸਾਨੂੰ ਨਾਲ ਜ਼ਰੂਰ ਕਿਣਕਾ ਮਾਤਰ ਦੇ ਕੇ ਜਾਣਾ। ਤੇ ਨਾਲ ਇਹਨਾਂ ਦੀ ਆਓ ਸਹਿਜ ਵੀਰ ਜੀ ਬਾਣੀ ਅੱਗੇ ਲੈ ਕੇ ਆਓ। ਤੇ ਜੋ ਜੀ ਜਿਸ ਤਰ੍ਹਾਂ ਤੁਸੀਂ ਅੱਜ ਸਾਨੂੰ ਜਾਪ ਕਰਾਇਆ ਨਾ, ਆਹ ਆਨੰਦ ਵਾਲਾ, ਇਸ ਤਰ੍ਹਾਂ ਦੀ ਆਨੰਦ ਦੀ ਅੱਜ ਵਿਚਾਰ ਜ਼ਰੂਰ ਕਰਾਉਣਾ ਜੀ। ਆਓ ਜੀ ਆਪਾਂ। ਵਾਹ ਜੀ। ਹਾਂਜੀ ਜੀ, ਕਬੀਰ 45ਵਾਂ ਸ਼ਲੋਕ ਜੀ।
कबीर मैं जान्यो पढ़बो पलो पढ़बे स्यों पल जोग भगत न छाडो राम की पावे निंदो लोग कबीर मैं जान्यो पढ़बो पलो पढ़बे स्यों पल जोग भगत न छाडो राम की पावे निंदो लोग ਜਾਣਿਓ ਜਾਣਿਆ ਸਮਝਿਆ ਸੀ ਪੜ੍ਹਬੋ ਭਲੋ ਪੜ੍ਹਨਾ ਚੰਗਾ ਹੈ ਮਨੁੱਖਾ ਜੀਵਨ ਦਾ ਸਭ ਤੋਂ ਚੰਗਾ ਕੰਮ ਵਿਦਿਆ ਪੜ੍ਹਨੀ ਹੈ ਪੜ੍ਹਵੇ ਸਿਓ ਪੜ੍ਹਨ ਨਾਲੋਂ ਜੋਗ ਪ੍ਰਭੂ ਚਰਨਾਂ ਵਿੱਚ ਜੁੜਨਾ ਨਿੰਦਾ ਕਰੇ ਮਾੜਾ ਆਖੇ अर्थ हे कबीर वाहिगुरु हे कबीर इत्थे काशी विच ਉੱਚੀਆਂ ਜਾਤਾਂ ਵਾਲਿਆਂ ਨੂੰ ਵੇਦ ਸ਼ਾਸਤਰ ਆਦਿਕ ਪੜਿਆ ਵੇਖ ਕੇ ਮੈਂ ਸਮਝਿਆ ਸੀ ਕਿ ਵਿਦਿਆ ਪੜ੍ਹਨੀ ਮਨੁੱਖ ਜਨਮ ਦਾ ਸਭ ਤੋਂ ਚੰਗਾ ਕੰਮ ਹੋਵੇਗਾ ਪਰ ਇਹਨਾਂ ਲੋਕਾਂ ਨੇ ਨਿਰੇ ਵਾਦ ਵਿਵਾਦ ਵੇਖ ਕੇ ਮੈਨੂੰ ਯਕੀਨ ਆ ਗਿਆ ਹੈ ਕਿ ਅਜਿਹੀ ਵਿਦਿਆ ਪੜ੍ਹਨ ਨਾਲੋਂ ਪ੍ਰਭੂ ਚਰਨਾਂ ਵਿੱਚ ਜੁੜਨਾ ਮਨੁੱਖ ਲਈ ਭਲਾ ਹੈ ਸੋ ਇਸ ਗੱਲੋਂ ਜਗਤ ਬੇਸ਼ੱਕ ਮੈਨੂੰ ਮਾੜਾ ਪਿਆ ਆਖੇ ਮੈਂ ਵਿਦਿਆ ਦੇ ਵੱਟੇ ਵੀ ਪਰਮਾਤਮਾ ਦੀ ਭਗਤੀ ਨਹੀਂ ਛੱਡਾਂਗਾ ਨੋਟ ਪਿਛਲੇ ਸ਼ਲੋਕਾਂ ਵਿੱਚ ਦੁਨੀਆ ਦੇ ਭੋਗ ਪਦਾਰਥਾਂ ਨਾਲੋਂ ਨਾਮ ਨੂੰ ਚੰਗਾ ਆਖਿਆ ਗਿਆ ਹੈ ਇਸ ਸ਼ਲੋਕ ਵਿੱਚ ਵਿਦਿਆ ਦੇ ਟਾਕਰੇ ਤੇ ਵੀ ਨਾਮ ਦੀ ਮਹੱਤਤਾ ਦੱਸੀ ਗਈ ਹੈ ਜੀ ਅਸੀਂ ਫੇਰ ਪੜ੍ਹਦੇ ਹਾਂ ਜੀ ਕਬੀਰ मैं जान्यो पढ़बो पलो पढ़बे पल जोग भगत न छाडो राम की पावे निंदो लोग ਇਹਨੂੰ ਜੀ ਅਸੀਂ ਪਹਿਲੇ ਜਿਹੜੀ ਪਹਿਲੀ ਪੰਕਤੀਆਂ ਉਹਨੂੰ ਅਸੀਂ ਵਿਚਾਰਦੇ ਹਾਂ ਕਬੀਰ ਮੈਂ ਜਾਣਿਓ ਪੜ੍ਹਬੋ ਭਲੋ ਕਬੀਰ ਜੀ ਰੈਫਰੈਂਸ ਦੇ ਰਹੇ ਹਨ ਕਬੀਰ ਜੀ ਆਪ ਕਾਸ਼ੀ ਵਿੱਚ ਰਹਿੰਦੇ ਸੀ ਤੇ ਆਈ ਥਿੰਕ ਕਾਸ਼ੀ ਜਿਹਨੂੰ ਅਸੀਂ ਅੱਜ ਨਾਲ ਕੰਪੇਅਰ ਕਰੀਏ ਇਹ ਸਭ ਤੋਂ ਉੱਚਾ ਸਥਾਨ ਜਿੱਥੇ ਜਿਹੜੀ ਸਭ ਤੋਂ ਵਧੀਆ ਵਿਦਿਆ ਮਿਲਦੀ ਸੀ ਆਈ ਥਿੰਕ ਗੁਰੂ ਗੋਬਿੰਦ ਸਿੰਘ ਜੀ ਵੀ ਆਪਣੇ ਗੁਰਸਿੱਖਾਂ ਨੂੰ ਉੱਥੇ ਭੇਜਦੇ ਸੀ ਕਾਸ਼ੀ ਜਾ ਕੇ ਵਿਦਿਆ ਪ੍ਰਾਪਤ ਕਰਕੇ ਆਓ ਪਰ ਗੁਰੂ ਸਾਹਿਬ ਇੱਥੇ ਕਬੀਰ ਜੀ ਦੱਸਦੇ ਹਨ ਕਿ ਮੈਂ ਜਾਣਿਆ ਕਿ ਸਭ ਤੋਂ ਪੜ੍ਹਨਾ ਕੰਮ ਸਭ ਤੋਂ ਚੰਗਾ ਹੈ ਪੜ੍ਹਬੇ ਸਿਓ ਭਲ ਜੋਗ ਬਟ ਕਬੀਰ ਜੀ ਕਹਿੰਦੇ ਹਨ ਪੜ੍ਹਨ ਨਾਲੋਂ ਵੀ ਚੰਗਾ ਕੰਮ ਹੈ ਪ੍ਰਭੂ ਦੇ ਚਰਨਾਂ ਵਿੱਚ ਜੁੜਨਾ ਰੀਜ਼ਨ ਆਈ ਥਿੰਕ ਇਹਦੇ ਨੂੰ ਅਸੀਂ ਕੰਪੇਅਰ ਕਰੀਏ ਕਬੀਰ ਜੀ ਕਹਿੰਦੇ ਹਨ ਜਿਹੜੀ ਦੁਨਿਆਵੀ ਪੜ੍ਹਾਈ ਹੈ ਕੱਲਾ ਗਿਆਨ ਹੈ ਉਹਦੇ ਨਾਲ ਵਾਦ ਵਿਵਾਦ ਕਰਨਾ ਹੋਰ ਵੱਡੇ ਕੰਮ ਕਰਨੇ ਉਹਦੇ ਨਾਲ ਸਾਨੂੰ ਵਿਕਾਰਾਂ ਤੋਂ ਛੁਟਕਾਰਾ ਨਹੀਂ ਮਿਲ ਸਕਦਾ ਜਿੰਨਾ ਮਰਜ਼ੀ ਅਸੀਂ ਗਿਆਨ ਕਰ ਲਈਏ ਜਿੰਨਾ ਮਰਜ਼ੀ ਪੜ੍ਹ ਲਈਏ ਪੜ੍ਹੀ ਜਾਈਏ ਪੜ੍ਹ ਗੱਡੀ ਲੱਦੀ ਹੈ ਪੜ੍ਹ ਭਰੀਏ ਜਦੋਂ ਤੱਕ ਅਸੀਂ ਪ੍ਰਭੂ ਚਰਨਾਂ ਦੇ ਨਾਮ ਨਾਲ ਨਹੀਂ ਜੁੜਦੇ ਸਾਨੂੰ ਵਿਕਾਰਾਂ ਤੋਂ ਮੁਕਤੀ ਨਹੀਂ ਮਿਲ ਸਕਦੀ ਅਸੀਂ ਜਿਵੇਂ ਇੱਥੇ ਰਹਿੰਦੇ ਹਾਂ ਕੋਲੰਬੀਆ ਯੂਨੀਵਰਸਿਟੀ ਵਿੱਚ ਇਹ ਵੀ ਅੱਜ ਦਾ ਅਸੀਂ ਕਹਿ ਸਕਦੇ ਹਾਂ ਕਿ ਇੱਕ ਦੁਨੀਆ ਦੀ ਇਹ ਵੀ ਕਾਸ਼ੀ ਵਿੱਚੋਂ ਇੱਕ ਕਾਸ਼ੀ ਆਉਂਦੀ ਹੈ ਟੌਪ ਯੂਨੀਵਰਸਿਟੀ ਹੈਗੀ ਹੈ ਵਰਲਡ ਦੀ ਬਟ ਇੱਥੇ ਸ਼ੇਅਰ ਕਰਨਗੇ ਆਪਣਾ ਐਕਸਪੀਰੀਅੰਸ ਪ੍ਰੋਫੈਸਰਸ ਦਾ ਬੜੇ ਲੋਕੀ ਅੱਛੇ ਜਿਹੜੇ ਗਿਆਨੀ ਵੀ ਹੈਗੇ ਆ ਬੜੇ ਟੌਪ ਦੇ ਸਾਇੰਟਿਸਟ ਅਸੀਂ ਦੇਖਦੇ ਹਾਂ ਇੱਥੇ ਕਈਆਂ ਦਾ ਜੀਵਨ ਵੀ ਬਹੁਤ ਸੋਹਣਾ ਹੈ ਜਿਹੜੇ ਧਾਰਮਿਕ ਲੋਕੀ ਹੈਗੇ ਆ ਇੱਥੇ ਬੜੇ ਜਿਊਜ਼ ਲੋਕੀ ਵੀ ਹੈਗੇ ਆ ਕ੍ਰਿਸਚੀਅਨਸ ਵੀ ਹੈਗੇ ਜਿਹੜੇ ਬੜੇ ਸੰਤਾਂ ਵਾਲਾ ਜੀਵਨ ਹੈ ਬਟ ਕਈ ਲੋਕੀ ਅਸੀਂ ਦੇਖਿਆ ਹੈ ਕਿ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਜਿਹੜਾ ਜੀਵਨ ਹੈ ਉਸ ਜੀਵਨ ਵਿੱਚ ਕੁਝ ਕਮੀਆਂ ਹਨ ਫੋਰ ਐਗਜ਼ਾਮਪਲ ਅਸੀਂ ਦੇਖਦੇ ਹਾਂ ਲੋਕੀ ਪੜ੍ਹੇ ਲਿਖੇ ਹੋ ਕੇ ਵੀ ਸਮੋਕ ਕਰ ਰਹੇ ਹਨ ਜਾਂ ਪੜ੍ਹੇ ਲਿਖੇ ਹੋ ਕੇ ਵੀ ਨਸ਼ਿਆਂ ਵਿੱਚ ਡੁੱਬੇ ਹੋਏ ਹਨ ਪਰ ਐਸੀ ਪੜ੍ਹਾਈ ਦਾ ਕੀ ਫਾਇਦਾ ਤੇ ਉਸ ਸਭ ਤੋਂ ਵਧੀਆ ਜਦੋਂ ਤੱਕ ਅਸੀਂ ਪ੍ਰਭੂ ਚਰਨਾਂ ਨਾਲ ਨਹੀਂ ਜੁੜਦੇ ਤੇ ਇਕੱਲਾ ਗਿਆਨ ਕਿਸੇ ਕੰਮ ਦਾ ਨਹੀਂ ਹੈਗਾ ਉਹ ਆਈ ਥਿੰਕ ਸਾਨੂੰ ਵਿਕਾਰ ਪੈਦਾ ਕਰੇਗਾ ਹਉਮੈ ਪੈਦਾ ਕਰੇਗਾ
ਜੇ ਇਕੱਲੇ ਅਸੀਂ ਪੜ੍ਹਾਈ ਵੱਲ ਲੱਗੇ ਰਹੇ। ਹਾਂਜੀ ਹਾਂਜੀ ਚੱਲ ਕਬੀਰ ਜੀ ਨੇ ਬੇਸਿਕਲੀ ਇਸ ਸ਼ਬਦ ਇਸ ਸ਼ਲੋਕ ਵਿੱਚ ਇਹ ਦੱਸਿਆ ਕਿ ਜੇ ਚੁਆਇਸ ਦਿੱਤੀ ਜਾਵੇ ਪੜ੍ਹਾਈ ਦੀ ਤੇ ਭਗਤੀ ਦੀ, ਤੇ ਉਹਨਾਂ ਨੇ ਕਿਹਾ ਮੈਂ ਭਗਤੀ ਨੂੰ ਚੁਣਾਂਗਾ, ਬਿਕੋਜ਼ ਕੱਲੀ ਪੜ੍ਹਾਈ ਸਫੀਸ਼ੀਐਂਟ ਨਹੀਂ ਹੈ। ਤੇ ਅਸੀਂ ਹੋਰ ਜੇ ਅਸੀਂ ਅੱਜ ਦੇ ਟਾਈਮ ਵਿੱਚ ਦੇਖੀਏ, ਪੜ੍ਹਾਈ ਠੀਕ ਹੈ ਸਾਡੀ ਵੈਸੇ ਲਾਈਫ ਵਾਸਤੇ ਜ਼ਰੂਰੀ ਹੈ, ਸਾਡੀ ਟੂ ਅਰਨ ਅ ਲਿਵਿੰਗ ਪੜ੍ਹਾਈ ਜ਼ਰੂਰੀ ਹੈ, ਪਰ the important thing is ਉਹ ਪੜ੍ਹਾਈ ਦਾ ਕੋਈ ਲਾਭ ਨਹੀਂ ਜਿੱਥੇ ਭਗਤੀ ਨਾਲ ਨਹੀਂ ਹੈ, ਬਿਕੋਜ਼ ਉਸ ਪੜ੍ਹਾਈ ਦੇ ਵਿੱਚ ਉਹ ਸਿਰਫ ਫੋਕੀ ਪੜ੍ਹਾਈ ਹੈ, ਉਹ ਸਿਰਫ ਵਾਦ ਵਿਵਾਦ ਨੂੰ ਜਨਮ ਦਿੰਦੀ ਹੈ, ਹਉਮੈ ਨੂੰ ਜਨਮ ਦਿੰਦੀ ਹੈ, ਪਲੱਸ ਤੁਸੀਂ ਵਿਕਾਰਾਂ ਵਿੱਚ ਮਨੁੱਖ ਨੂੰ ਵਿਕਾਰਾਂ ਦੇ ਵਿੱਚੋਂ ਨਹੀਂ ਕੱਢਦੀ। ਤੇ ਸਾਨੂੰ ਲੱਗਦਾ ਇਹਦਾ ਟੇਕ ਅਵੇ ਹੈ ਕਿ ਅਸੀਂ ਕਿਵੇਂ ਉਹ ਬੈਲੈਂਸ ਕਰੀਏ। ਕਬੀਰ ਜੀ ਨੇ ਬੜਾ ਸੋਹਣਾ ਸਾਨੂੰ ਦੱਸਿਆ ਵੀ ਸਿਰਫ ਪੜ੍ਹਾਈ ਇਜ਼ ਨਾਟ ਇਨਫ, ਬੈਲੈਂਸ ਚਾਹੀਦਾ ਹੈ। ਪਲੱਸ ਜੇ ਕਦੇ ਚੋਇਸ ਆਵੇ ਵੀ ਇੱਕ ਚੁਣੋ, ਤੇ ਕਬੀਰ ਜੀ ਕਹਿੰਦੇ ਮੈਂ ਭਗਤੀ ਨੂੰ ਚੁਣਾਂਗਾ, ਭਾਵੇਂ ਲੋਕੀ ਮੈਨੂੰ ਲੱਖ ਨਿੰਦ ਲੈਣ, ਕਹਿ ਲੈਣ ਜੋ ਮਰਜ਼ੀ ਵੀ ਤੂੰ ਘੱਟ ਪੜ੍ਹਾਈ ਕੀਤੀ ਹੈ ਜਾਂ ਕੁਛ, ਬਟ ਕਬੀਰ ਜੀ ਕਹਿ ਰਹੇ ਮੇਰੇ ਵਾਸਤੇ ਭਗਤੀ ਸਭ ਤੋਂ ਉੱਤਮ ਹੈ, ਪ੍ਰਭੂ ਚਰਨਾਂ ਨਾਲ ਜੁੜਨਾ ਉਹ ਸਭ ਤੋਂ ਉੱਤਮ ਹੈ। ਜਿਹੜੀ ਅਗਲੀ ਪੰਕਤੀ ਹੈ ਉਹਦੇ ਵੀ ਅਸੀਂ ਥੋੜੀ ਜਿਹੀ ਵਿਚਾਰ ਕਰ ਲੈਂਦੇ ਹਾਂ ਨਾਲ ਹੀ। ਭਗਤ ਨਾ ਛਾਡੋ ਰਾਮ ਕੀ, ਭਾਵੇਂ ਨਿੰਦੋ ਲੋਗ। ਕਹਿੰਦੇ ਭਾਵੇਂ ਤੁਸੀਂ ਮੈਨੂੰ ਜਿੰਨਾ ਮੰਦੀ ਨਿੰਦ ਲਓ, ਛੋਟਾ ਕਹਿ ਲਓ, ਮਾੜਾ ਕਹਿ ਲਓ, ਮੈਂ ਆਪਣੇ ਰਾਮ ਨਾਲ, ਪਿਆਰੇ ਨਾਲ ਉਹਦੀ ਪਿਆਰੀ ਭਗਤੀ ਕਦੀ ਨਹੀਂ ਛੱਡਾਂਗਾ। ਐਸਾ ਉਹਨਾਂ ਦਾ ਦੇਖ ਲਓ ਪ੍ਰੇਮ ਪਿਆਰ ਹੋ ਗਿਆ ਕਿ ਉਹ ਕਿਹੜੀ ਸਟੇਜ ਤੇ ਪਹੁੰਚ ਗਿਆ ਕਬੀਰ ਜੀ। ਤੁਸੀਂ ਜੋ ਮਰਜ਼ੀ ਨਿੰਦ ਲਓ। ਆਈ ਥਿੰਕ ਜਿੱਥੇ ਪੜ੍ਹੇ ਲਿਖਿਆ ਨੇ ਪਹੁੰਚਣਾ ਸੀ ਨਾ, ਕਰ ਕਰਕੇ ਕਬੀਰ ਜੀ ਉੱਥੇ ਪਹਿਲੇ ਹੀ ਪਹੁੰਚ ਚੁੱਕੇ ਕਿ ਉਹਨਾਂ ਨੂੰ ਬਾਕੀਆਂ ਚੀਜ਼ਾਂ ਛੋਟੀਆਂ ਦਿਖ ਰਹੀਆਂ। ਕਹਿੰਦੇ ਭਗਤ ਨਾ ਛਾਡੋ ਰਾਮ ਕੀ, ਭਾਵੇਂ ਨਿੰਦੋ ਲੋਗ। ਉਹਨਾਂ ਨੂੰ ਦਿਖ ਰਿਹਾ ਹਰ ਇੱਕ ਅੰਦਰ ਉਹੀ ਪਰਮਾਤਮਾ ਹੈ, ਉਹ ਇੱਕਮਿਕ ਹੋ ਚੁੱਕੇ ਹਨ ਪਰਮਾਤਮਾ ਨਾਲ। ਹਰ ਜਨ ਦੋਇ ਏਕ ਹੈ, ਵਿਭ ਵਿਚਾਰ ਕਛ ਨਾਏ। ਉਹਨਾਂ ਨੂੰ ਨਿੰਦਿਆ ਉਸ ਤੱਕ ਬਿਲਕੁਲ ਕੁਛ ਨਹੀਂ ਦਿਖਦੀ, ਕੋਈ ਡਿਫਰੈਂਸ ਨਹੀਂ ਹੈਗਾ। ਤੇ ਆਈ ਥਿੰਕ ਇੱਕ ਹੋਰ ਸ਼ਬਦ ਅਸੀਂ ਦੇਖਿਆ ਸੀ, ਇਸੇ ਹੀ ਢੁਕਵਾਂ ਸ਼ਬਦ ਹੈਗਾ ਗੁਰੂ ਰਾਮਦਾਸ ਸਾਹਿਬ ਜੀ ਦਾ, ਕਿ ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਕਿ ਜਿਹੜਾ ਹਰੀ ਦਾ ਜਨ ਹੈ ਐਸੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਕਿ ਉਹਦੀ ਜੇ ਤੁਸੀਂ ਨਿੰਦਿਆ ਵੀ ਕਰ ਲਓ, ਉਹ ਆਪਣਾ ਗੁਣ ਨਹੀਂ ਛੱਡਦਾ ਜੀ। ਵਾਹ ਜੀ, ਵਾਹ ਦਿਵਜੋਤ ਜੀ, ਵਾਹ ਜਲਨ ਜੀ। ਆਹ ਅੱਜ ਜੋ ਆਨੰਦ ਸਾਨੂੰ ਤੁਹਾਡੀ ਵਿਚਾਰ ਸੁਣ ਕੇ ਆਇਆ ਜੀ, ਤੁਸੀਂ ਪੂਰੇ ਦਾ ਪੂਰਾ ਜੋ ਕਬੀਰ ਜੀ ਦਾ ਵਿਜ਼ਨ ਹੈ ਉਹ ਬਿਲਕੁਲ ਪੂਰਾ ਇਨ ਬਿਨ ਐਕਸਪਲੇਨ ਕੀਤਾ ਹੈ। ਬਹੁਤ ਆਨੰਦ ਜੀ, ਬਹੁਤ ਆਨੰਦ। ਸੱਚੇ ਪਾਤਸ਼ਾਹ ਅੱਜ ਦੀ ਵਿਚਾਰ ਜਿਹੜੀ ਆ ਉਹ ਪਹਿਲਾਂ ਨਹੀਂ ਹੋਈ ਜੀ, ਕਿਉਂਕਿ ਤੁਸੀਂ ਕੱਲੇ ਅੱਖਰ ਦਾ ਜਿਹੜੀ ਵਿਚਾਰ ਹੈ ਉਹ ਸਾਨੂੰ ਕਰਵਾ ਦਿੱਤੀ ਹੈ ਪੂਰੀ। ਅੱਜ ਪੜ੍ਹਾਈ ਦੀ ਵੀ, ਭਗਤੀ ਦੀ ਵੀ, ਨਿੰਦਾ ਦੀ ਵੀ ਤੇ ਭਗਤੀ ਛੱਡਣ ਦੀ ਵੀ। ਵਾਹ ਜੀ, ਬਹੁਤ ਧੰਨਵਾਦ ਜੀ। ਮੈਂ ਇੱਕ ਛੋਟੀ ਜੀ ਨਾਲ ਗੱਲ ਐਡ ਕਰਾਂ ਕਿ ਜਿਹੜੀ ਦਿਵਜੋਤ ਜੀ ਨੇ ਗੱਲ ਕਹੀ ਆ ਉਹ ਬੜੀ ਇੰਪੋਰਟੈਂਟ ਹੈ, ਕਿ ਜਿਹੜਾ ਭਗਤ ਹੈ ਉਹ ਕਰਕੇ ਪਹਿਲਾਂ ਹੀ ਉੱਥੇ ਪਹੁੰਚੇ ਜਿੱਥੇ ਇੱਕ ਸਾਇੰਟਿਸਟ ਨੇ, ਕਿਉਂਕਿ ਸਾਇੰਸ ਤਾਂ ਆਪ ਲੰਗੜੀ ਹੈ, ਅੱਧ ਵਿਚਕਾਰ ਛੱਡ ਦਿੰਦੀ ਹੈ ਸਾਨੂੰ। ਪਰ ਭਗਤ ਜਿਹੜਾ, ਜਿਵੇਂ ਪਾਤਸ਼ਾਹ ਜਪਜੀ ਸਾਹਿਬ ਚ ਕਹਿੰਦੇ ਨੇ, ਸੁਣਿਆ ਜੋਗ ਜੁਗਤ ਤਨ ਭੇਦ। ਨਾਮ ਸੁਣਨ ਨਾਲ, ਬਾਣੀ ਸੁਣਨ ਨਾਲ ਇੱਕ ਡਾਕਟਰ ਨੂੰ ਤਾਂ ਜਿਹੜੇ ਸਰੀਰ ਦੇ ਭੇਦ ਆ ਉਹ ਬਾਅਦ ਵਿੱਚ ਪਤਾ ਲੱਗਦੇ ਨੇ, ਪਰ ਜਿਹੜੀ ਬਾਣੀ ਹੈ, ਜੋ ਭਗਤ ਬਾਣੀ ਸੁਣਦੇ ਪੜ੍ਹਦੇ ਨੇ ਜਾਂ ਉਹਦੇ ਵਿੱਚ ਰਹਿੰਦੇ ਨੇ, ਮੈਨੂੰ ਲੱਗਦਾ ਉਹ ਪਹਿਲਾਂ ਡਾਕਟਰ ਬਣ ਜਾਂਦੇ ਨੇ। ਉਹਨਾਂ ਨੂੰ ਜਿਹੜੇ ਸਰੀਰ ਦੇ ਭੇਦ ਨੇ ਉਹ ਪਹਿਲਾਂ ਪਤਾ ਲੱਗ ਜਾਂਦੇ ਨੇ। ਵਾਹ ਜੀ। ਤੇ ਕਿਉਂਕਿ ਆਮ ਕਰਕੇ ਅੱਜ ਕੱਲ ਦੀ ਆਪਾਂ ਅਗਰ ਦੁਨੀਆ ਦੀ ਗੱਲ ਕਰ ਲਈਏ ਤੇ ਉਹ ਸਾਰੇ ਕਹਿੰਦੇ ਨੇ ਹਾਂ ਵੱਡਾ ਭਗਤ ਬਣਿਆ ਫਿਰਦਾ, ਮੈਨੂੰ ਵੀ ਪਤਾ ਕਿੰਨੀ ਭਗਤੀ ਕਰਦਾ। ਆ ਵੀ ਬੜੀ ਇੰਪੋਰਟੈਂਟ ਗੱਲ ਜਿਹੜੀ ਜਲ ਨੇ ਸਾਨੂੰ ਕਹੀ ਹੈ ਕਿ ਭਗਤ ਹੋਣਾ ਤੇ ਭਗਤ ਦਿਖਣਾ ਬੜਾ ਵੱਡਾ ਫਰਕ ਹੈ ਜੀ।
क्योंकि ਜਿਹੜੇ ਪੜ੍ਹੇ ਲਿਖੇ ਬੰਦੇ ਨੇ ਉਹਨਾਂ ਨੂੰ ਕਹੀਏ ਨਾ, ਜਿਵੇਂ ਗੁਰੂ ਸਾਹਿਬ ਨੇ ਇੱਕ ਬੰਦੇ ਨੂੰ ਕਿਹਾ ਸੀ ਜਾ ਘਾਹ ਕੱਟ ਕੇ ਲਿਆ, ਤੇ ਉਹ ਵਿਚਾਰਾ ਥੋੜਾ ਜਿਹਾ ਠਟੰਬਰ ਗਿਆ ਸੀ ਵੀ ਮੈਂ ਪੜਿਆ ਲਿਖਿਆ ਇੰਨਾ ਅਮੀਰ ਆ ਤੇ ਤੁਸੀਂ ਮੈਨੂੰ ਘਾਹ ਕੱਟਣ ਲਈ ਕਹਿ ਰਹੇ ਹੋ। ਤੇ ਉਹ ਕਹਿੰਦੇ ਮਹਾਰਾਜ ਤੁਸੀਂ ਮੇਰੀ ਕਵਿਤਾ ਤਾਂ ਸੁਣ ਲਓ, ਬੜੀ ਵਧੀਆ ਕਵਿਤਾ। ਉਹ ਕਹਿੰਦੇ ਏਦਾਂ ਕੰਮ ਕਰ, ਮੇਰਾ ਜਿਹੜਾ ਉੱਥੇ ਘਾਈ ਹੈ ਨਾ ਉਹਨੂੰ ਬੁਲਾ ਕੇ ਲਿਆ, ਉਹਦੇ ਸਾਹਮਣੇ ਤੇਰੀ ਕਵਿਤਾ ਸੁਣਦੇ ਆ। ਤੇ ਉਹ ਘਾਈ ਨੂੰ ਸੱਦਣ ਗਏ ਜੀ। ਉਹ ਘਾਈ ਕਹਿੰਦੇ ਪਹਿਲਾਂ ਤੂੰ ਮੈਨੂੰ 2 ਲਾਈਨਾਂ ਸੁਣਾ ਦੇ। ਉਹਨੇ 2 ਲਾਈਨਾਂ ਸੁਣਾਈਆਂ ਤੇ ਉਹਨੇ ਉਸ ਤੋਂ ਐਡਵਾਂਸ ਕਵਿਤਾ ਉਹਨੂੰ ਸੁਣਾਤੀ ਸੀ। ਮੈਨੂੰ ਲੱਗਦਾ ਕਿ ਜਿਹੜੀ ਸਾਡੀ ਪੜ੍ਹਾਈ ਹੈ ਉਹਦੇ ਨਾਲੋਂ ਬਹੁਤ ਉੱਤਮ ਭਗਤੀ ਹੈ। ਬੜੀ ਸੋਹਣੀ ਗੱਲ ਤੁਸੀਂ ਕੀਤੀ ਹੈ ਕਿ ਭਗਤ ਪਹਿਲਾਂ ਹੀ ਉੱਥੇ ਪਹੁੰਚਿਆ ਹੁੰਦਾ ਜਿੱਥੇ ਸਾਡੇ ਵਰਗੇ ਪਾੜੇ ਜਿਹਨੂੰ ਅਸੀਂ ਕਹਿੰਦੇ ਆ ਉਹ ਪਹੁੰਚਣ ਦੀ ਕੋਸ਼ਿਸ਼ ਕਰਦੇ ਆ। ਬਹੁਤ ਸੋਹਣੇ ਵਿਚਾਰ ਜੀ, ਬਹੁਤ ਪਿਆਰੀ। ਮੈਂ ਹੋਰ ਵੀ ਬਾਕੀ ਸੰਗਤ ਨੂੰ ਕਹਾਂਗਾ ਜੀ ਬੜੀ ਸੋਹਣੀ ਵਿਚਾਰ ਚੱਲੀ ਹੈ। ਵਾਹ ਜੀ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜੋ ਨਿਤ ਭਾਈ, ਗੁਰਪੂਰੇ ਤੂੰ ਰਾਖਿਆ। ਵਾਹ ਜੀ। ਮੈਂ ਬਾਕੀ ਸੰਗਤ ਨੂੰ ਵੀ ਕਹਾਂਗਾ ਜੀ आओ जी हैंड रेज करके जरूर इस विचार में शामिल होइए। हाँ जी परविंदर वीर जी तुसीं भी करो जी इस चीज की विचार अगली जी। हाँ जी परविंदर जी। वाहिगुरू जी का खालसा वाहिगुरू जी की फतेह। धन्नवाद जी। बड़ी दूर तो बड़े गुरमुख प्यारे दिवजोत सिंह जी, जलनीत कौर जी, ਅਸੀਂ ਰੋਜ਼ ਵੇਟ ਕਰਦੇ ਹਾਂ ਜਲਨੀਤ ਕੌਰ ਜੀ ਸਾਡੇ ਨਾਲ ਜੁੜਨ, ਦਿਵਜੋਤ ਸਿੰਘ ਜੀ ਨਾਲ ਜੁੜਦੇ ਹਨ। ਸੋ ਬਹੁਤ ਧੰਨਵਾਦ ਅੱਜ ਜੁੜੇ ਹਨ। ਤੇ ਸਾਰੀ ਸੰਗਤ ਦੀ ਜਾਣਕਾਰੀ ਵਾਸਤੇ ਜੀ ਮਤਲਬ ਇਹ ਕਹਿ ਲਓ ਹੱਦਾਂ ਬੰਦੀ ਜਿਹੜੀ ਹੈ ਦੇਸ਼ਾਂ ਦੀ ਉਹ ਵੀ ਟੁੱਟ ਗਈ ਹੈ ਵਡਿਆਈ ਵਿਚਾਰ ਦੇ ਵਿੱਚ। ਇਹ ਬੜੀ ਦੂਰ ਤੋਂ ਵੀਰ ਜੀ ਜੁੜੇ ਹਨ। ਜੋ ਵਿਚਾਰ ਚੱਲ ਰਹੀ ਸੀ ਜੀ, ਮੈਨੂੰ ਲੱਗਦਾ ਹੈ ਸਾਡਾ ਜਿਹੜਾ ਜਨਮ ਹੋ ਜਾਣਾ ਉਦੋਂ ਹੀ ਸਾਡਾ ਜਿਹੜਾ ਇੱਕ ਜਨਮ ਦਾ ਮਨੋਰਥ ਵੀ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਜਨਮ ਸਾਰਥਕ ਕਿਵੇਂ ਹੋਣਾ ਹੈ ਤੇ ਇਹਦੇ ਵਾਸਤੇ ਗੁਰਬਾਣੀ ਅਨੁਸਾਰ ਗਿਆਨ ਹੀ, ਇੱਕ ਚੰਗਾ ਗਿਆਨ ਹੀ ਜਿਹੜਾ ਜਨਮ ਨੂੰ ਸਫਲ ਕਰ ਸਕਦਾ ਹੈ। ਜੇ ਗਿਆਨ ਨਹੀਂ ਤੇ ਅਗਿਆਨਤਾ ਹੈ ਤੇ ਜਿਹੜਾ ਜਨਮ ਇਹ ਫਿਰ ਭਟਕਣਾ ਵੀ ਬਣ ਜਾਂਦਾ ਹੈ। ਸੋ ਇਹਦੇ ਵਾਸਤੇ ਗਿਆਨ ਵਾਸਤੇ ਦੁਨਿਆਵੀ ਜਿਹੜੀ ਗਿਆਨ ਹੈ ਉਹ ਜ਼ਰੂਰੀ ਹੈ, ਪਰ ਦੁਨਿਆਵੀ ਗਿਆਨ ਲੈਣ ਤੱਕ ਹੀ ਸੀਮਤ ਹੋ ਜਾਣਾ ਤੇ ਜਨਮ ਦੇ ਮਨੋਰਥ ਨੂੰ ਭੁੱਲ ਜਾਣਾ ਉਹ ਮੈਨੂੰ ਲੱਗਦਾ ਹੈ ਇੱਕ ਅਧੂਰੀ ਗੱਲ ਹੋ ਜਾਂਦੀ ਹੈ। ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਬਈ ਅਸੀਂ ਦੇਖਦੇ ਹਾਂ ਬੜੇ ਪੜ੍ਹੇ ਲਿਖੇ ਜਿਨ੍ਹਾਂ ਕੋਲ ਡਿਗਰੀਆਂ ਹਨ, ਵੱਡੀਆਂ ਵੱਡੀਆਂ ਵੱਡੇ ਵੱਡੇ ਅਹੁਦਿਆਂ ਤੇ ਹਨ, ਬੜੇ ਉੱਚ ਪੜ੍ਹਾਈ ਕੀਤੀ ਹੈ, ਪਰ ਜਦੋਂ ਉਹਨਾਂ ਦਾ ਲੋਭ ਵੇਖੀਦਾ ਹੈ, ਉਹਨਾਂ ਦਾ ਹੰਕਾਰ ਵੇਖੀਦਾ ਹੈ, ਕਬੀਰ ਜੀ ਉਸੇ ਗੱਲ ਨੂੰ ਜ਼ਿਆਦਾ ਜ਼ੋਰ ਦੇ ਰਹੇ ਹਨ ਬਈ ਇਹੋ ਜਿਹੇ ਪੜ੍ਹਾਈ ਗਿਆਨ ਦਾ ਜਿਹੜਾ ਹੈ ਜੇ ਇਸ ਤਰ੍ਹਾਂ ਹੀ ਲੋਭ ਬਣਿਆ ਰਵੇ, ਇਸ ਤਰ੍ਹਾਂ ਹੀ ਹੰਕਾਰ ਬਣਿਆ ਰਹਿਣਾ ਹੈ ਤੇ ਉਹਦੇ ਨਾਲੋਂ ਭਗਤੀ ਕਰਨੀ ਜ਼ਿਆਦਾ ਜਿਹੜੀ ਹੈ ਚੰਗੀ ਹੈ, ਕਿਉਂਕਿ ਉਹਦੇ ਵਿੱਚ ਜਿਹੜਾ ਇਹਨਾਂ ਲਵ ਲੋਭ ਹੰਕਾਰ ਤੋਂ ਜਿਹੜਾ ਛੁਟਕਾਰਾ ਸਹਿਜੇ ਹੋ ਜਾਂਦਾ ਹੈ। ਪੜ੍ਹਿਆ ਮੂਰਖ ਆਖੀਐ, ਪੜ੍ਹੇ ਨੂੰ ਅਸੀਂ ਸਿਆਣਾ ਕਹਿੰਦੇ ਹਾਂ, ਪਰ ਬਾਣੀ ਅਨੁਸਾਰ ਪੜ੍ਹਿਆ ਮੂਰਖ ਆਖੀਐ ਜਿਸ ਲਵ ਲੋਭ ਅਹੰਕਾਰਾ। ਜਿਹੜਾ ਹੰਕਾਰ ਲਵ ਲੋਭ ਵਿੱਚ ਫਸਿਆ ਹੋਇਆ ਹੈ, ਭਾਵੇਂ ਜਿਹੜਾ ਮਰਜ਼ੀ ਡਿਗਰੀਆਂ ਹਨ, ਗੁਰਬਾਣੀ ਉਹਨੂੰ ਮੂਰਖ ਮੰਨਦੀ। ਕਰਨਾ ਕੀ ਹੈ, ਅੱਗੇ ਨਾਲ ਹੀ ਪੰਕਤੀ ਮਹਾਰਾਜ ਇਹਦੇ ਚ ਜੋੜਦੇ ਹਨ, ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵਿਚਾਰ। ਗੁਰੂ ਦੀ ਮੱਤ ਲੈ ਕੇ ਜੀਵਨ ਦੀ ਅਸਲ ਵਿਚਾਰ ਕਰਨੀ। ਜਿਸ ਤਰ੍ਹਾਂ ਅਸੀਂ ਨਿਤਨੇਮ ਦੀ ਸਾਨੂੰ ਬਖਸ਼ਿਸ਼ ਹੋਈ ਹੈ, ਨਿਤਨੇਮ ਕਰਨਾ ਹੈ। ਨਿਤਨੇਮ ਕਰਨ ਦਾ ਅਸਲ ਮਨੋਰਥ ਸੀ ਵੀ ਨਿਤਨੇਮ ਕਰਕੇ ਜਿਹੜਾ ਅਸੀਂ ਉਸ ਪਰਮਾਤਮਾ ਨਾਲ ਜੁੜ ਜਾਈਏ ਤੇ ਸਾਡੇ ਜਿਹੜਾ ਜੀਵਨ ਸਫਲ ਹੋ ਸਕੇ। ਪਰ ਸਾਡਾ ਅਸਲ ਬਹੁਤਿਆਂ ਦਾ ਮੇਰੇ ਸਮੇਤ ਮਕਸਦ ਇਹ ਬਣ ਗਿਆ ਹੈ ਵੀ ਨਿਤਨੇਮ ਪੂਰਾ ਕਰਨਾ ਹੈ, ਪਰ ਉਹਦੇ ਵਿੱਚੋਂ ਕਿੰਨਾ ਲੋਭ ਘਟਿਆ ਹੈ, ਕਿੰਨਾ ਜੀਵਨ ਚ ਪਲਟਾ ਆਇਆ ਹੈ, ਜਿੰਨਾ ਹੰਕਾਰ ਘਟਿਆ ਹੈ, ਅਸਲ ਗੱਲ ਉਹ ਹੈ। ਬਾਣੀ
ਜੇ ਸਾਡੇ ਕੋਲ ਦੁਨਿਆਵੀ ਗਿਆਨ ਘੱਟ ਵੀ ਹੈ, ਜੇ ਅਸੀਂ ਉਸ ਪਰਮਾਤਮਾ ਦੇ ਨਾਮ ਨਾਲ ਜੁੜੇ ਹਾਂ ਤਾਂ ਵੀ ਜਿਹੜਾ ਹੈ ਜੀਵਨ ਸਫਲ ਜਿਹੜਾ ਹੋ ਸਕਦਾ ਹੈ, ਜੇ ਅਸੀਂ ਅਸਲ ਗਿਆਨ ਨਾਲ ਜੁੜੇ ਹਾਂ। ਅਸੀਂ ਪੜ੍ਹਦੇ ਹਾਂ ਨਾ, ਜੋ ਪ੍ਰਾਣੀ ਕਹਿੰਦੇ ਜੋ ਪ੍ਰਾਣੀ ਗੋਵਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮ ਗਤ ਪਾ। ਉਹ ਪਰਮ ਗਤੀ ਤੇ ਜਿਹੜਾ ਹੈ ਉਹ ਜਿਹੜਾ ਹੈ ਪਹੁੰਚ ਜਾਂਦਾ ਹੈ, ਜਿਹੜਾ ਨਾਮ ਨਾਲ ਜੁੜਦਾ ਹੈ। ਸੋ ਅਸਲ ਜੁੜਨਾ ਜਿਹੜਾ ਹੈ ਉਸ ਪਰਮਾਤਮਾ ਨੂੰ ਚੇਤੇ ਕਰਕੇ ਗਿਆਨ ਹਾਸਲ ਕਰਨਾ ਹੈ, ਪਰ ਉਸ ਪਰਮਾਤਮਾ ਦੇ ਨਾਲ ਜੁੜ ਕੇ ਅਸੀਂ ਅਸਲ ਜੀਵਨ ਮਨੋਰਥ ਨੂੰ ਵੀ ਯਾਦ ਰੱਖਣਾ। ਵਾਹਿਗੁਰੂ ਜੀ। ਵਾਹ ਜੀ, ਬਹੁਤ ਸੋਹਣੀ ਵਿਚਾਰ ਚੈਟ ਵਿੱਚ ਆਈ ਹੈ ਜੀ। ਪੜ੍ਹੀਏ ਨਾਹੀਂ ਭੇਦ, ਬੁਝੀਏ ਪਾਵਨ। ਆ ਵੀ ਪੜ੍ਹਾਈ ਦੇ ਦੋ ਪਹਿਲੂ ਨੇ ਜੀ, ਪੜ੍ਹਨਾ ਵੀ ਤੇ ਬੁੱਝਣਾ ਵੀ। ਜੋ ਜੀ ਨੈਕਸਟ ਜਿਹੜਾ ਸ਼ਲੋਕ ਹੈ, ਮੈਨੂੰ ਲੱਗਦਾ ਉਹ ਵੀ ਬਿਲਕੁਲ ਇਹਦੇ ਨਾਲ ਇਸੇ ਵਿਜ਼ਨ ਦਾ ਹੀ ਹੈ, ਇਸੇ ਪਰਪੇਖ ਦਾ ਹੀ ਹੈ। ਉਹ ਵੀ ਨਾਲ ਪੜ੍ਹ ਕੇ ਆਪਾਂ ਉਹਦੀ ਵਿਚਾਰ ਨਾਲ ਜਾਰੀ ਰੱਖੀਏ ਜੀ। ਜੀ ਆਓ ਜੀ। कबीर लोग के निंदा बपुड़ै, वाहिगुरु कबीर लोग के निंदा बपुड़ा, जय मन नाही ज्ञान, राम कबीरा रव रहे, अवरत जे सब काम। कबीर लोग के निंदा बपुड़ा, जह मन नाही ज्ञान, राम कबीरा रव रहे, अवरत जे सब काम। ਨਿੰਦਾ ਕੀ ਨਿੰਦਾ ਕਰ ਸਕਦਾ ਹੈ, ਉਸਦੇ ਲੱਭੇ ਔਗਣਾਂ ਨੂੰ ਕੌਣ ਸਹੀ ਮੰਨੇਗਾ। ਬਪੁੜਾ ਵਿਚਾਰਾ ਮੂਰਖ, ਜਿਹੇ ਮਨ ਜਿਸ ਦੇ ਮਨ ਵਿੱਚ ਗਿਆਨ ਸਮਝ ਚੰਗੇ ਮੰਦੇ ਦੀ ਪਛਾਣ ਰਵ ਰਹੇ ਸਿਮਰ ਰਿਹਾ ਹੈ, ਤਜੇ ਤਜ ਛੱਡ ਕੇ। ਨੋਟ अर्थ करो जी, नोट पढ़ लेंदे हो जी। हाँ जी। ਕਿਸੇ ਨੋਟ ਕਿਸੇ ਮਨੁੱਖ ਦੇ ਚੰਗੇ ਤੇ ਮਾੜੇ ਪਹਿਲੂ ਨੂੰ ਸਹੀ ਤਰੀਕੇ ਨਾਲ ਮਨੁੱਖ ਪਰਖ ਸਕਦਾ ਹੈ, ਜਿਸ ਨੂੰ ਦੋਹਾਂ ਪਾਸਿਆਂ ਦੀ ਪਹਿਲਾਂ ਆਪ ਪੂਰੀ ਸਮਝ ਹੋਵੇ। ਉਸੇ ਮਨੁੱਖ ਦੀ ਕੀਤੀ ਨੁਕਤਾਚੀਨੀ ਦਾ ਕੋਈ ਮੁੱਲ ਪੈ ਸਕਦਾ ਹੈ। ਕਬੀਰ ਜੀ ਸ਼ਲੋਕ ਨੰਬਰ 45 ਵਿੱਚ ਲਿਖਦੇ ਹਨ ਕਿ ਜੇ ਵਿਦਿਆ ਅਤੇ ਭਗਤੀ ਵਿੱਚੋਂ ਕੋਈ ਇੱਕ ਚੀਜ਼ ਚੁਣਨੀ ਹੈ ਤਾਂ ਮੈਂ ਭਗਤੀ ਨੂੰ ਪਸੰਦ ਕਰਾਂਗਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੋਕ ਮੇਰੀ ਚੋਣ ਤੇ ਠੱਠਾ ਕਰਨਗੇ। ਇਸ ਬਾਰੇ ਲੋਕਾਂ ਦੇ ਠੱਠੇ ਮਖੌਲ ਦੀ ਪਰਵਾਹ ਤਦੋਂ ਹੀ ਕੀਤੀ ਜਾ ਸਕਦੀ ਹੈ ਜੇ ਉਹਨਾਂ ਨੂੰ ਵਿਦਿਆ ਅਤੇ ਭਗਤੀ ਦੋਹਾਂ ਦਾ ਕੁਝ ਸੂਝ ਹੋਵੇ। ਪਰੰਤੂ ਆਮ ਹਾਲਤ ਇਹ ਹੈ ਕਿ ਲੋਕ ਵਿਚਾਰੇ ਭਗਤੀ ਦੀ ਸਾਰ ਹੀ ਨਹੀਂ ਜਾਣਦੇ। ਇਸ ਵਾਸਤੇ ਜੇ ਇਹ ਲੋਕ ਮੈਨੂੰ ਮੇਰੀ ਇਸ ਚੋਣ ਤੇ ਮਾੜਾ ਆਖਦੇ ਹਨ ਤਾਂ ਇਹਨਾਂ ਦੀ ਨੁਕਤਾਚੀਨੀ ਦਾ ਕੌਡੀ ਵੀ ਪੁੱਲ ਨਹੀਂ ਹੈ। ਅਰਥ ਹੈ ਕਬੀਰ, ਜਿਸ ਮਨੁੱਖ ਦੇ ਅੰਦਰ ਇਹ ਸੂਝ ਨਹੀਂ ਹੈ ਕਿ ਵਿਦਿਆ ਦੇ ਟਾਕਰੇ ਤੇ ਪ੍ਰਭੂ ਦੀ ਭਗਤੀ ਕਿਤਨੀ ਵੱਡਮੁੱਲੀ ਦਾਤ ਹੈ, ਉਹ ਮਨੁੱਖ ਜੇ ਮੇਰੀ ਇਸ ਚੋਣ ਤੇ ਮੈਨੂੰ ਮਾੜਾ ਆਖੇ ਤਾਂ ਉਸ ਮਨੁੱਖ ਦੇ ਇਹ ਨਿੰਦਾ ਕਰਨ ਦਾ ਕੋਈ ਅਰਥ ਨਹੀਂ। ਸੋ ਕਬੀਰ ਅਜਿਹੇ ਬੰਦਿਆਂ ਦੀ ਇਸ ਦੰਦ ਕਥਾ ਦੀ ਪਰਵਾਹ ਨਹੀਂ ਕਰਦਾ ਤੇ ਪਰਮਾਤਮਾ ਦਾ ਸਿਮਰਨ ਕਰ ਰਿਹਾ ਹੈ ਅਤੇ ਹੋਰ ਸਾਰੇ ਕੰਮਾਂ ਦੇ ਮੋਹ ਦਾ ਤਿਆਗ ਕਰ ਰਿਹਾ ਹੈ। ਜੀ ਅਸੀਂ ਫੇਰ ਪੜ੍ਹਦੇ ਹਾਂ ਜੀ। कबीर लोग के नंदे बपुड़ा, जे मन नाही ज्ञान, राम कबीरा रव रहे, अवर तजे सब काम।
ਗਿਆਨ ਦਾ ਜਿਹੜਾ ਮਤਲਬ ਹੈ ਉਹ ਅਸਲੀ ਗਿਆਨ ਹੈ। ਕਬੀਰ ਜੀ ਕਹਿ ਰਹੇ ਨੇ ਕਿ ਜਿਹੜੇ ਬੰਦੇ ਨੂੰ ਸੂਝ ਨਹੀਂ ਹੈ, ਗਿਆਨ ਨਹੀਂ ਹੈ, ਵੈਲਿਊ ਨਹੀਂ ਪਤਾ ਹੈ ਭਗਤੀ ਦੀ, ਉਹ ਬੰਦਾ ਜੇ ਨਿੰਦਾ ਕਰੇ ਮੇਰੀ ਕਿਉਂਕਿ ਮੈਂ ਭਗਤੀ ਚੂਜ਼ ਕੀਤੀ ਹੈ ਓਵਰ ਪੜ੍ਹਾਈ, ਤਾਂ ਉਸ ਬੰਦੇ ਦੀ ਨਿੰਦਿਆ ਦੀ ਵੀ ਕੋਈ ਵੈਲਿਊ ਨਹੀਂ ਹੈ। ਕਬੀਰ ਲੋਕ ਕੇ ਨਿੰਦਾ ਬਪੁੜਾ ਜੇ ਮਨ ਨਹੀਂ ਗਿਆਨ। ਸੋ ਐਸੇ ਨਿੰਦਕ ਜਿਹਨੂੰ ਆਪ ਨੂੰ ਹੀ ਗਿਆਨ ਨਹੀਂ ਹੈ, ਉਸ ਦੀ ਨਿੰਦਿਆ ਦੀ ਵੀ ਮੈਂ ਕੋਈ ਪਰਵਾਹ ਨਹੀਂ ਕਰਦਾ। ਤੇ ਆਈ ਥਿੰਕ ਉਸ ਤੋਂ ਬਾਅਦ ਉਹੀ ਜਿਹੜਾ ਪਿਛਲੇ ਸ਼ਲੋਕ ਵਿੱਚ ਉਹਨਾਂ ਨੇ ਕਨਕਲੂਜਨ ਕੱਢਿਆ ਕਿ ਮੈਂ ਕੁਛ ਵੀ ਹੋ ਜੇ ਆਈ ਵਿਲ ਨਾਟ ਬੀ ਡੈਟਰਡ, ਤੇ ਮੈਂ ਭਗਤੀ ਕਰਦਾ ਰਵਾਂਗਾ। ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ। ਮੈਂ ਬਾਕੀ ਸਭ ਕੁਝ ਛੱਡ ਦਿਆਂਗਾ ਪਰ ਮੈਂ ਆਪਣੇ ਹਰੀ ਨੂੰ ਨਹੀਂ ਛੱਡਾਂਗਾ। ਮੈਂ ਭਗਤੀ ਤੇ ਉਸ ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਲੱਗਾ ਰਵਾਂ। ਬਿਲਕੁਲ। ਇੱਥੇ ਆਈ ਥਿੰਕ ਜਿਹੜਾ ਗਿਆਨ ਹੈ ਨਾ, ਅੱਛਾ ਇਹਦਾ ਅਰਥ ਥੋੜਾ ਇੱਥੇ ਗਿਆਨ ਦਾ ਵਾਕਈ ਬੜਾ ਇੰਪੋਰਟੈਂਟ ਹੈ। ਇਹਦੇ ਉੱਪਰ ਹੀ ਸਾਰੀ ਹੈ। ਜੇ ਮਨ ਨਹੀਂ ਗਿਆਨ, ਜਿਹਨੂੰ ਉਹ ਅਵਸਥਾ ਤੇ ਪਹੁੰਚਿਆ ਹੀ ਨਹੀਂ ਹੈ, ਜਿਹਨੇ ਉਹ ਚਾਖਿਆ ਹੀ ਨਹੀਂ ਜਿਹੜਾ ਸਵਾਦ ਹੈ ਗਿਆਨ ਦਾ, ਗੁਰੂ ਦਾ ਗਿਆਨ, ਗੁਰਮਤ ਗਿਆਨ ਹੈ, ਜਿਹਨੇ ਉਹ ਗੁਰਮਤ ਦਾ ਗਿਆਨ ਦਾ ਟੇਸਟ ਹੀ ਨਹੀਂ ਕੀਤਾ, ਉਹਨੂੰ ਨਹੀਂ ਪਤਾ। ਉਹ ਭਾਵੇਂ ਮੇਰੇ ਤੇ ਹੱਸੀ ਜਾਏ, ਮਖੌਲ ਕਰੀ ਜਾਏ, ਉਹ ਹਾਲੇ ਦੁਨਿਆਵੀ ਗਿਆਨ ਤੇ ਫਸਿਆ ਹੋਇਆ ਹੈ। ਜਦੋਂ ਉਹ ਆਈ ਥਿੰਕ ਗੁਰੂ ਦੇ ਗਿਆਨ ਨਾਲ ਜੁੜੇਗਾ, ਉਹਨੂੰ ਆਨੰਦ ਆਏਗਾ, ਫਿਰ ਉਹਨੂੰ ਪਤਾ ਲੱਗੇਗਾ ਕੀ ਚੀਜ਼ ਹੈ। ਨਹੀਂ ਤਾਂ ਆਈ ਥਿੰਕ ਜਿਹੜੇ ਲੋਕੀ ਆ ਉਹ ਮਖੌਲ ਹੀ ਉਡਾਉਂਦੇ ਰਹਿਣਗੇ, ਉਹਨਾਂ ਨੂੰ ਹਲੇ ਉਹ ਚੀਜ਼ ਦਿਖਦੀ ਨਹੀਂ ਪਈ ਜਿਹੜੀ ਕਬੀਰ ਨੂੰ ਦਿਖਦੀ ਪਈ ਹੈ, ਤੇ ਜਿਹੜੀ ਕਬੀਰ ਜੀ ਉਸ ਚੀਜ਼ ਦਾ ਆਨੰਦ ਲੈ ਰਹੇ ਹਨ। ਫਿਰ ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ। ਉੱਥੇ ਜਿਹੜੀਆਂ ਬਾਕੀਆਂ ਮਨ ਦੀਆਂ ਜਿਹੜੇ ਹੋਰ ਕੰਮ ਹੈ ਸਾਰੇ ਦੂਰ ਹੋ ਜਾਂਦੇ ਹਨ, ਜਿਹੜੇ ਸਾਨੂੰ ਦੂਰ ਕਰਦੇ ਹਨ। ਉੱਥੇ ਕਬੀਰ ਜੀ ਤੇ ਪਰਮਾਤਮਾ ਇੱਕ ਹੈ। ਆਈ ਥਿੰਕ ਇੱਕ ਇੱਥੇ ਅਸੀਂ ਸ਼ਬਦ ਵੀ ਦੇਖਿਆ ਹੈ ਹੋਰ ਗੁਰੂ ਰਾਮਦਾਸ ਜੀ ਦਾ, ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ। ਦੇਵ ਗੰਧਾਰੀ ਦਾ ਸ਼ਬਦ ਹੈ ਜੀ, ਅਬ ਹਮ ਚਲੀ ਠਾकुर ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ ਰਹਾਓ। ਆਈ ਥਿੰਕ ਜਿਹੜਾ ਵੀ ਪਰਮਾਤਮਾ ਨਾਲ ਜੁੜ ਜਾਂਦਾ ਹੈ, ਕੋਈ ਵੀ ਉਹਨੂੰ ਦੁਨਿਆਵੀ ਚੀਜ਼ਾਂ ਤੰਗ ਨਹੀਂ ਕਰ ਸਕਦੀਆਂ, ਚਾਹੇ ਉਹ ਦੁਨਿਆਵੀ ਤਾਰੀਫ ਹੈ ਜਾਂ ਦੁਨਿਆਵੀ ਨਿੰਦਿਆ ਹੈ, ਉਹਨੂੰ ਉਹ ਹਰ ਇੱਕ ਨੂੰ ਪਿਆਰ ਹੀ ਕਰਦਾ ਹੈ। ਉਹਨੂੰ ਦਿਖਦਾ ਕਿ ਹਰ ਇੱਕ ਦੇ ਅੰਦਰ ਉਹੀ ਜੋਤ ਹੈ, ਠੀਕ ਹੈ। ਉਹ ਕਹਿੰਦਾ ਤੂੰ ਵੀ ਪਰਮਾਤਮਾ ਦਾ ਰੂਪ ਹੈ, ਸਾਰੇ ਪਰਮਾਤਮਾ ਦਾ ਰੂਪ ਹੈ, ਹਰ ਪਾਸੇ ਵਾਹਿਗੁਰੂ ਹੀ ਹੈ, ਵਾਹਿਗੁਰੂ ਹੀ ਹੈ। ਆਈ ਥਿੰਕ ਫਿਰ ਉੱਥੇ ਅਵਰ ਤਜੇ ਸਭ ਕਾਮ, ਦੁਨਿਆਵੀ ਜਿਹੜੀਆਂ ਡਿਸਟਰੈਕਸ਼ਨਸ ਹੈਗੀਆਂ ਆ, ਚਾਹੇ ਨਿੰਦ ਲੋ ਭਲਾ ਕੋ, ਸਭ ਛੱਡ ਦਿੰਦਾ ਹੈ। ਉਹ ਪਰਮਾਤਮਾ ਦੇ ਗੁਣਾਂ ਵਿੱਚ ਸਮਾਇਆ ਰਹਿੰਦਾ। ਵਾਹ, ਹਾਂਜੀ ਹਾਂਜੀ ਪਰਵਿੰਦਰ ਵੀਰ ਜੀ। ਮੈਨੂੰ ਲੱਗਦਾ ਹੈ ਜਦੋਂ ਤੋਂ ਅਸੀਂ ਸੱਸਾ ਸੇਬ ਊੜਾ ਊਠ ਐੜਾ ਅਨਾਰ ਪੜ੍ਹਨਾ ਸ਼ੁਰੂ ਕੀਤਾ ਹੈ, ਉਹ ਉੱਥੋਂ ਥੋੜਾ ਜਿਹਾ ਮੈਨੂੰ ਲੱਗਦਾ ਹੈ ਅਸੀਂ ਉਜੜੇ ਪੈ ਗਏ। ਗੁਰੂ ਨਾਨਕ ਮਹਾਰਾਜ ਨੇ ਬਾਣੀ ਇੱਕ ਬਖਸ਼ਿਸ਼ ਕੀਤੀ ਹੈ, ਪੱਟੀ ਲਿਖੀ ਜਾਂ ਹੋਰ ਬਾਣੀਆਂ ਅਸੀਂ ਪੜ੍ਹਦੇ ਹਾਂ, ਉੱਥੇ ਆਂਦਾ ਸੱਸੈ ਸੋਏ ਸ੍ਰਿਸ਼ਟ ਜਿਨ ਸਾਚੀ। ਏਦਾਂ ਹੋਰ ਜਿੰਨੀ 35 ਅੱਖਰੀ ਅਸੀਂ ਪੜ੍ਹਦੇ ਹਾਂ ਉਹਨਾਂ ਨੂੰ ਉਸ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੈ। ਪਰ ਜਦੋਂ ਅਸੀਂ ਸੱਸਾ ਸੇਬ ਪੜ੍ਹਨਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਲੱਗਦਾ ਅੱਧੀ ਕਹਾਣੀ ਸਾਡੀ ਉੱਥੇ ਖਰਾਬ ਹੋ ਗਈ। ਭਾਵ ਇਹ ਹੈ ਵੀ ਜਿਨ੍ਹਾਂ ਨੂੰ ਭਗਤੀ ਦੀ ਸਾਰ ਨਹੀਂ ਹੈ, ਇਸ ਜੀਵਨ ਦੇ ਮਨੋਰਥ ਦੇ ਗਵਾਚ ਗਿਆ ਹੈ ਜਿਨ੍ਹਾਂ ਦਾ, ਉਹ ਕਹਿੰਦੇ ਮੈਂ ਉਹਨਾਂ ਨਾਲ ਨਿੰਦਣ ਦਾ ਕੋਈ ਲਾਭ ਨਹੀਂ। ਜਿਨ੍ਹਾਂ ਨੂੰ ਇਸ ਭਗਤੀ ਦਾ ਸਵਾਦ ਰੰਗ ਰਸ ਵੀ ਨਹੀਂ ਚੱਖਿਆ ਜਿਨ੍ਹਾਂ ਨੇ, ਤੇ ਜੇ ਉਹ ਦੁਨਿਆਵੀ ਗਿਆਨ ਨਾਲ ਲੈ ਕੇ ਵਾਦ ਵਿਵਾਦ ਵਿੱਚ ਲੜਦੇ ਹਨ ਤੇ ਉਹਨਾਂ ਨਾਲ ਨਿੰਦਣ ਦਾ ਉਹਨਾਂ ਦਾ ਕੋਈ ਮੈਂ ਪਰਵਾਹ ਨਹੀਂ ਕਰਦਾ, ਕਬੀਰ ਜੀ ਕਹਿੰਦੇ, ਕਿਉਂਕਿ ਉਹਨਾਂ ਵਿਚਾਰਿਆਂ ਨੇ ਰਸ ਹੀ ਨਹੀਂ ਪਤਾ ਉਹਨਾਂ ਨੂੰ ਕੀ ਹੈ। ਜਿਹਨੇ ਰਸ ਲਿਆ ਹੋਏਗਾ ਉਹ ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ ਪੜ੍ਹੇਗਾ। ਸੋ ਜਦੋਂ ਇਹ ਪੜ੍ਹਿਆ ਹੋਏਗਾ ਤੇ ਫਿਰ ਜੀਵਨ ਆਪਣੇ ਆਪ ਜਿਹੜਾ ਸਫਲ ਵੀ ਹੋਏਗਾ। ਅਸੀਂ ਇੱਕ ਇਹਦੇ ਬਾਅਦ ਪਿਆਰਾ ਦ੍ਰਿਸ਼ਟਾਂਤ ਵੀ ਆਉਂਦਾ ਹੈ, ਕਬੀਰ ਜੀ ਦੇ ਬੜੇ ਲੰਬੇ ਬਾਣੀ ਪੜ੍ਹਦੇ ਹਾਂ। ਮੇਰੀ ਪਟੀਆ ਲਿਖ ਦਿਓ
ਸ੍ਰੀ ਗੋਪਾਲ ਨਹੀਂ ਛੋਡੋ ਨੇ ਬਾਬਾ ਰਾਮ ਨਾਮ। ਮਤਲਬ ਉਹਨਾਂ ਨੇ ਪੜ੍ਹਾਈ ਗਿਆਨ ਨੂੰ ਜਿਹੜਾ ਹੈ ਅਸਲ ਦੁਨਿਆਵੀ ਗਿਆਨ ਲੈ ਕੇ ਜਿਹੜਾ ਅਸੀਂ ਉਸ ਪਰਮਾਤਮਾ ਤੱਕ ਕਿਵੇਂ ਪਹੁੰਚਣਾ ਹੈ ਉਸ ਰਾਹ ਨੂੰ ਪਛਾਣਨ ਦੀ ਜਿਹੜੀ ਗੱਲ ਕੀਤੀ ਹੈ, ਉਹ ਸੋਝੀ ਲੈਣ ਦੀ ਗੱਲ ਕੀਤੀ ਹੈ। ਵਾਹਿਗੁਰੂ ਜੀ। ਵਾਹ ਵਾਹ ਜੀ ਵਾਹ ਪ੍ਰਵਿੰਦਰ ਵੀਰ ਜੀ, ਬਹੁਤ ਪਿਆਰੀ ਵਿਚਾਰ ਤੁਸੀਂ ਜਿਹੜੀ ਸੱਚੇ ਪਾਤਸ਼ਾਹ ਨੇ ਤੁਹਾਡੇ ਕੋਲ ਕਰਾਈ ਹੈ। ਸੱਚੇ ਸ੍ਰਿਸ਼ਟ ਸੋਈ ਜਨ ਸਾਜੀ। ਸਾਨੂੰ ਇਹ ਜਿਹੜੀ ਪੱਟੀ ਲਿਖੀ ਹੈ ਜਾਂ 35 ਅੱਖਰੀ 2 ਜਗ੍ਹਾ ਪਾਤਸ਼ਾਹ ਨੇ ਪੂਰੀ ਬਾਣੀ ਵਿੱਚ ਬਿਆਨ ਕੀਤੀ ਹੈ। ਹਰੇਕ ਅੱਖਰ ਦਾ ਉਹਨਾਂ ਨੇ ਮਤਲਬ ਦੱਸਿਆ ਕਿ ਊੜੇ ਦਾ ਵੀ ਕੋਈ ਮਤਲਬ ਹੈ, ਐੜੇ ਦਾ ਵੀ ਕੁਝ ਮਤਲਬ ਹੈ। ਇਹ ਸਾਰੀ 35 ਅੱਖਰੀ ਆਪਣਾ ਅੱਖਰ ਅੱਖਰ ਇੱਕ ਗਿਆਨ ਦਾ ਭੰਡਾਰ ਹੈ। ਜਿਵੇਂ ਅਸੀਂ ਵਿਚਾਰ ਕਰਦੇ ਹਾਂ, ਕੱਲ ਆਪਾਂ ਵਿਚਾਰ ਕੀਤੀ ਸੀ ਕਿ ਜਿਹੜਾ ਆਪਾਂ ਸਵੇਰੇ ਜਾਪ ਕਰਦੇ ਹਾਂ ਮੂਲ ਮੰਤਰ ਦਾ, ਉਹਦਾ ਵੀ ਹਰ ਇੱਕ ਅੱਖਰ ਦਾ ਬਹੁਤ ਵੱਡਾ ਪ੍ਰਪੇਖ ਹੈ, ਬਹੁਤ ਵੱਡਾ ਉਹਦਾ ਮਤਲਬ ਹੈ, ਅਰਥ ਨੇ। ਪੂਰੀ ਬਾਣੀ ਦੀ ਉਹ ਇੱਕ ਇੱਕ ਅੱਖਰ ਵਿਆਖਿਆ ਕਰਦਾ ਹੈ। ਪਰ ਜਿਹੜੀ ਅੱਜ ਵਿਚਾਰ ਕਬੀਰ ਜੀ ਦੇ ਰਹੇ ਹਨ ਪੜ੍ਹੇ ਲਿਖੇ ਦੀ ਔਰ ਭਗਤ ਦੀ, ਮੈਨੂੰ ਲੱਗਦਾ ਹੈ ਕਿ ਵੀਰ ਜੀ ਕਿ ਸੰਗਤ ਜੀ ਆਪ ਸਾਰੇ ਇਸ ਗੱਲ ਨੂੰ ਜ਼ਰੂਰ ਨੋਟ ਕਰਨਾ ਆਪਣੀ ਗਿਆਨ ਗੋਲਕ ਵਿੱਚ ਕਿ ਗੁਰੂ 10ਵੇਂ ਪਾਤਸ਼ਾਹ ਬਹੁਤ ਜ਼ਿਆਦਾ, ਵੈਸੇ ਤਾਂ ਸ਼ੁਰੂ ਹੋ ਗਿਆ ਸੀ ਪਹਿਲੇ ਪਾਤਸ਼ਾਹ ਤੋਂ ਹੀ, ਉਹਨਾਂ ਨੇ ਸਾਰਿਆਂ ਨੂੰ ਕਹਿਣਾ ਸ਼ੁਰੂ ਕੀਤਾ ਸੀ ਵੀ ਬਹੁਤ ਜ਼ਿਆਦਾ ਪੜ੍ਹੋ। ਪਰ 10ਵੇਂ ਪਾਤਸ਼ਾਹ ਨੇ ਹਰੇਕ ਸਿੱਖ ਤੇ ਇੱਕ ਬੈਨ ਲਾਤਾ ਸੀ ਕਿ ਹਰੇਕ ਮੇਰਾ ਸਿੱਖ ਗ੍ਰੈਜੂਏਟ ਹੋਣਾ ਚਾਹੀਦਾ ਹੈ। ਉਸ ਵੇਲੇ 10 ਜ਼ਬਾਨਾਂ ਨੂੰ, ਕਿਉਂਕਿ 16 ਜ਼ਬਾਨਾਂ ਉਸ ਵੇਲੇ ਗੁਰੂ ਪਾਤਸ਼ਾਹ ਦੇ ਟਾਈਮ ਤੇ ਗਿਆਨੀ ਗਿਆਨ ਸਿੰਘ ਉਹਨਾਂ ਨੇ ਆਪਣੀ ਬੁੱਕ ਵਿੱਚ ਲਿਖੀਆਂ ਨੇ ਕਿ 16 ਜ਼ਬਾਨਾਂ ਨੂੰ ਕਹਿੰਦੇ ਸੀ ਇਹ ਡਾਕਟਰ ਹੈ, PhD ਹੈ। ਪਰ ਜਿਹੜੇ 10 ਜ਼ਬਾਨਾਂ ਕਰ ਜਾਂਦਾ ਸੀ ਉਹਨੂੰ ਕਹਿੰਦੇ ਸੀ ਇਹ ਗ੍ਰੈਜੂਏਟ ਹੈ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 ਈਸਵੀ ਵਿੱਚ ਖਾਲਸਾ ਪੰਥ ਸਾਜਿਆ, ਉਦੋਂ ਜਿੰਨੇ ਵੀ ਸਿੱਖਾਂ ਨੇ ਉਸ ਵੇਲੇ ਅੰਮ੍ਰਿਤ ਛਕਿਆ, ਕਹਿੰਦੇ 40,000 ਸਿੰਘਾਂ ਨੇ ਅੰਮ੍ਰਿਤ ਛਕਿਆ ਸੀ। ਜਿੰਨੇ ਵੀ ਉਸ ਉਮਰ ਤੋਂ ਵੱਧ ਸੀ, ਹਰੇਕ ਸਿੱਖ ਗ੍ਰੈਜੂਏਟ ਸੀ। ਇੰਨਾ ਵਧੀਆ ਗੁਰੂ ਸਾਹਿਬ ਨੇ ਸਾਰੇ ਸਿੰਘਾਂ ਨੂੰ ਇਹ ਤਾਕੀਦ ਕੀਤੀ ਸੀ ਕਿ ਮੇਰਾ ਸਿੱਖ ਕੋਈ ਅਨਪੜ੍ਹ ਨਹੀਂ ਹੋਣਾ ਚਾਹੀਦਾ, ਬਹੁਤ ਪੜ੍ਹਿਆ ਲਿਖਿਆ ਹੋਵੇ। ਅੱਜ ਵੀ ਉਹ ਚੀਜ਼ ਢੁਕਦੀ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਸ਼ਸਤਰ ਤੇ ਸ਼ਾਸਤਰ ਦੋਨਾਂ ਦੀ ਬਹੁਤ ਵੱਡੀ ਟ੍ਰੇਨਿੰਗ ਦਿੱਤੀ ਹੈ। ਜਿਵੇਂ ਇੱਥੇ ਵਿੱਚੇ ਵਿਚਾਰ ਹੋਈ ਸੀ ਕਿ ਦਿਲਜੋਤ ਸਿੰਘ ਉਹਨਾਂ ਨੇ ਕਿਹਾ ਸੀ ਕਿ ਗੁਰੂ ਸਾਹਿਬ ਭੇਜਦੇ ਸੀ ਵੀ ਜਾਓ ਕੰਪੈਰੀਜ਼ਨ ਕਰਕੇ ਆਓ ਸਾਰੇ ਧਰਮਾਂ ਦਾ, ਕਿ ਤੁਹਾਨੂੰ ਹਰੇਕ ਧਰਮ ਦਾ ਪਤਾ ਹੋਵੇ ਔਰ ਆਪਣੇ ਦਾ ਵੀ ਪਤਾ ਹੋਵੇ ਕਿ ਕੀ ਬਾਕੀਆਂ ਨਾਲੋਂ ਫਰਕ ਹੈ। ਬਹੁਤ ਵਧੀਆ ਅੱਜ ਵਿਚਾਰ। ਅੱਜ ਤਾਂ ਕਹਿੰਦੇ ਜੀ ਸਾਡੇ ਮੇਰੇ ਕੋਲ ਪਏ ਜਿਹੜੇ ਬਰਤਨ ਹੈ ਉਹ ਵੀ ਭਰ ਗਏ ਨੇ ਜੀ ਅੱਜ ਵਿਚਾਰ ਨਾਲ। ਅੱਜ ਬਹੁਤ ਆਨੰਦ ਇਸ ਜੋੜੀ ਨੇ ਸੰਗਤ ਜੀ। ਅੱਜ ਮੈਨੂੰ ਲੱਗਦਾ ਹੈ ਸਾਡੇ ਵਾਸਤੇ ਡੇ ਵੀ ਪਲੈਟੀਨਮ ਡੇ ਹੈ ਜੀ। ਬਹੁਤ ਵਧੀਆ ਵਿਚਾਰ। ਸੰਗਤ ਵੀ ਪ੍ਰਭਲੀਨ ਕੌਰ ਜੀ ਪਹਿਲਾਂ ਕਰਨਗੇ, ਫਿਰ ਜਸਲੀਨ ਕੌਰ ਜੀ ਦਾ ਹੈਂਡ ਰੇਜ਼ ਹੈ। ਮੈਂ ਸਾਰੇ ਬੱਚਿਆਂ ਨੂੰ ਕਹਾਂਗਾ, ਇੰਦਰਪਾਲ ਜੀ, ਹਾਂਜੀ, ਅਮਰਜੀਤ ਕੌਰ ਜੀ, ਇਹ ਸਾਰੇ ਵਿਚਾਰ ਕਰਨਗੇ ਜੀ। ਪਹਿਲਾਂ ਪ੍ਰਭਲੀਨ ਕੌਰ ਜੀ ਨੂੰ ਲੈ ਕੇ ਆਓ ਜੀ ਸਾਹਮਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਜੀ ਕਹਿੰਦੇ ਨੇ ਕਿ ਪਰਮਾਤਮਾ ਤੁਸੀਂ ਮੇਰਾ ਹੱਥ ਨਾ ਛੱਡਿਓ, ਜਿਹੜੇ ਮਖੌਲ ਕਰਦੇ ਨੇ ਉਹਨਾਂ ਨੂੰ ਕਰੀ ਜਾਣ ਦਿਓ, ਬਸ ਤੁਸੀਂ ਮੇਰੀ ਬਾਂਹ ਨਾ ਛੱਡਣੀ, ਕਿਉਂਕਿ ਇਹਨਾਂ ਨੂੰ ਬਾਣੀ ਦੇ ਨਾਮ ਦਾ ਰਸ ਦਾ ਪਤਾ ਹੀ ਨਹੀਂ ਹੈਗਾ। ਬਸ ਤੁਸੀਂ ਮੇਰੀ ਬਾਂਹ ਨਹੀਂ ਛੱਡਣੀ, ਮੈਂ ਇਹਨਾਂ ਦਾ ਮਖੌਲ ਦੀ ਪਰਵਾਹ ਹੀ ਨਹੀਂ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਨੇ ਦੋ ਬੜੀ ਵਧੀਆ ਗੱਲ ਕਹੀ ਜੀ। ਦੋ ਗੱਲਾਂ ਨੇ ਕਿ ਅਸੀਂ ਗੁਰੂ ਸਾਹਿਬ ਦੀ ਬਾਂਹ ਫੜੀਏ ਕਿ ਗੁਰੂ ਸਾਹਿਬ ਨੂੰ ਆਪਣੀ ਬਾਂਹ ਫੜਾ ਦਈਏ। ਵਾਹ ਬੇਟਾ ਪ੍ਰਭਲੀਨ ਕੌਰ ਜੀ, ਗੁਰੂ ਸਾਹਿਬ ਨੂੰ ਕਹੀਏ ਸਾਡੀ ਬਾਂਹ ਫੜ ਲਓ। ਡਾਕਟਰ ਤੇਜਪਾਲ ਸਿੰਘ ਕਿਹਾ ਕਰਦੇ ਸਨ, ਗੁਰੂ ਸਾਹਿਬ ਤੁਸੀਂ ਮੇਰੀ ਬਾਂਹ ਫੜ ਕੇ ਰੱਖਿਓ, ਭਾਵੇਂ ਮੈਨੂੰ ਇੱਧਰ ਉੱਧਰ ਘੁਮਾ ਲਿਓ, ਪਟਕਾ ਲਿਓ, ਜੋ ਮਰਜ਼ੀ ਕਰ ਲਿਓ, ਪਰ ਮੇਰੀ ਬਾਂਹ ਨਾ ਛੱਡੇ। ਸ਼ਾਬਾਸ਼ ਬੇਟਾ, ਬਹੁਤ ਵਧੀਆ ਵਿਚਾਰ ਜੀ, ਵੈਰੀ ਗੁੱਡ। ਹਾਂਜੀ, ਜਸਲੀਨ ਕੌਰ ਜੀ। ਜਸਲੀਨ ਕੌਰ ਜੀ ਦਾ ਹੈਂਡ ਰੇਜ਼ ਹੈ। ਆਓ ਜੀ ਜਸਲੀਨ ਜੀ, ਆਪਣੀ ਵੀਡੀਓ ਔਨ ਕਰੋ ਬੇਟਾ। ਸਹਿਜ ਵੀ ਜੀ ਅਨਮਿਊਟ ਕਰ ਦਿਓ ਉਹਨਾਂ ਨੂੰ।
ਹਾਂਜੀ ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮੇਰਾ ਇੱਕ ਕੁਐਸਚਨ ਸੀਗਾ ਕਿ ਅਸੀਂ ਆਪਣਾ ਗੁਰਬਾਣੀ ਦੇ ਵਿੱਚ ਇਹ ਪੜ੍ਹਦੇ ਹਾਂ ਕਿ ਜਿਹੜਾ ਬੰਦਾ ਨਾਮ ਜਪਦਾ ਹੈ ਜਾਂ ਵਡਿਆਈ ਕਰਦਾ ਹੈ, ਭਗਤੀ ਕਰਦਾ ਹੈ, ਉਹਦਾ ਦੁਨੀਆ ਵਿੱਚ ਵੀ ਨਾਮ ਹੁੰਦਾ ਹੈ ਔਰ ਉਹ ਸਕਸੈਸਫੁਲ ਹੁੰਦਾ ਹੈ, ਹਨਾ, ਉਹਦੀ ਵੀ ਵਡਿਆਈ ਹੁੰਦੀ ਹੈ। ਤੇ ਮੇਰੇ ਦਿਮਾਗ 'ਚ ਬਹੁਤ ਵਾਰ ਕੁਐਸਚਨ ਆਉਂਦਾ ਹੁੰਦਾ ਸੀਗਾ ਕਿ ਜਿਹੜੇ ਬੰਦੇ ਬਿਲਕੁਲ ਵੀ ਵਾਹਿਗੁਰੂ ਜੀ ਵਿੱਚ, ਰੱਬ ਵਿੱਚ ਵਿਸ਼ਵਾਸ ਕਰਦੇ ਹੀ ਨਹੀਂ ਹੈਗੇ, ਉਹ ਕਿਵੇਂ ਸਕਸੈਸਫੁਲ ਹੋ ਜਾਂਦੇ ਆ। ਤੇ ਜਿਹੜਾ ਹੁਣ ਇਸ ਤੋਂ ਪਿਛਲਾ ਵਾਲਾ ਫਰਮਾਨ ਹੈਗਾ, ਉਹਦੇ ਨਾਲ ਫਿਰ ਮੈਂ ਥੋੜਾ ਜਿਹਾ ਰਿਲੇਟ ਕਰ ਰਹੀ ਸੀਗੀ ਕਿ ਜਿਹੜੇ ਰਿਸਰਚਰਸ ਹੁੰਦੇ ਨੇ, ਜਿਵੇਂ ਕੋਈ ਅਗਰ ਸਾਈਕੋਲੋਜਿਸਟ ਹੈ ਤੇ ਉਹ ਅਗਰ ਇੱਕ ਖੋਜੀ ਬਿਰਤੀ ਦੇ ਨਾਲ ਪੜ੍ਹ ਰਿਹਾ, ਸਪੋਜ਼ ਕੋਈ ਸਾਈਕੋਲੋਜਿਸਟ ਮਾਈਂਡ ਨੂੰ ਸਟੱਡੀ ਕਰ ਰਿਹਾ ਤੇ ਉਹਨੂੰ ਇੰਜੋਏ ਕਰ ਰਿਹਾ, ਉਹਦੇ 'ਚ ਸਮਾਧਿਤ ਹੋ ਰਿਹਾ, ਹੋਰ ਖੋਜੀ ਬਿਰਤੀ ਨਾਲ ਪੜ੍ਹ ਰਿਹਾ ਤੇ ਫਿਰ ਅੱਗੇ ਉਹਨੂੰ ਫੈਲਾ ਰਿਹਾ ਉਸ ਨੌਲੇਜ ਨੂੰ, ਤਾਂ ਮਤਲਬ ਉਹਦੀ ਉਹ ਭਗਤੀ ਹੀ ਹੋ ਰਹੀ ਹੈ ਤੇ ਉਹ ਸਿਰਫ ਪੜ੍ਹਾਈ ਤੱਕ ਸੀਮਿਤ ਨਹੀਂ ਹੈਗਾ ਤੇ ਇਸ ਕਰਕੇ ਉਹ ਸਕਸੈਸਫੁਲ ਹੋ ਰਿਹਾ। ਇਹ ਇੱਕ ਕੁਐਸਚਨ ਸੀਗਾ, ਕਿਉਂਕਿ ਗੁਰਬਾਣੀ ਦੇ ਵਿੱਚ ਤਾਂ ਇਹ ਲਿਖਿਆ ਹੈਗਾ ਕਿ ਤੁਸੀਂ ਅਗਰ ਜਿਵੇਂ ਨਾਮ ਨਹੀਂ ਜਪ ਰਹੇ ਹੈਗੇ ਹੋ ਤੇ ਉਹ ਤੁਸੀਂ you cannot be ever successful. So I was relating it to that. ਵਾਹ ਜੀ, ਦਿਵਜੋਤ ਸਿੰਘ ਹੋਣੀ ਸਾਡੇ ਕੋਲ ਐਕਸਪਰਟ ਨੇ ਜੀ ਇਸ ਚੀਜ਼ ਦੇ। ਹਾਂਜੀ नहीं, बहुत अच्छा पर्सपेक्टिव है। आई थिंक बिल्कुल ठीक किया जसलीन कौर जी ने कि जे कोई जना रिसर्च कर रहा है खोजी बिरती नाल ते मैं एक बारी किसी तो सुनिया सी कहंदे कि जे तुसी पूरे मन दे नाल पढ़ाई भी करो, you will find God on your study table। तुसी जेड़ा भी काम कर रहे हो, ਅਸੀਂ ਵੈਸੇ ਵੀ ਸਿੱਖ ਹਿਸਟਰੀ 'ਚ ਕਿੰਨੇ ਐਗਜ਼ਾਮਪਲ ਦੇਖਦੇ ਹਾਂ ਵੀ ਜੇ ਕੋਈ ਘਾਹ ਕੱਟ ਰਿਹਾ ਤੇ ਉਹ ਇੰਨੇ ਖੁੱਬ ਕੇ ਕੰਮ ਕਰ ਰਿਹਾ ਹੈ। ਏਦਾਂ ਹੀ ਜੇ ਕੋਈ ਟੇਲਰ ਹੈ ਤਾਂ ਇੰਨੇ ਖੁੱਬ ਕੇ ਕੰਮ ਕਰ ਰਿਹਾ। ਤੁਸੀਂ ਤੁਹਾਨੂੰ ਜਿਹੜੀ ਵੀ ਕਿਰਤ ਮਿਲੀ ਹੈ, ਤੁਸੀਂ ਉਸ ਕਿਰਤ ਨੂੰ ਸੱਚੀ ਸੁੱਚੀ ਕਿਰਤ ਕਰ ਰਹੇ ਹੋ ਤੇ ਹੋਰ ਤੁਸੀਂ ਕਹਿ ਲਓ ਸੱਚ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ। ਰਿਸਰਚ ਇਜ਼ ਆਲ ਅਬਾਊਟ ਫਾਈਂਡਿੰਗ ਦ ਟਰੂਥ। ਤੁਸੀਂ ਜਿਵੇਂ ਸੱਚ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਤੁਸੀਂ ਇਟ ਇਜ਼ ਇਕੁਇਵਲੈਂਟ ਕਿ ਤੁਸੀਂ ਪਰਮਾਤਮਾ ਦੇ ਨੇੜੇ ਜਾ ਰਹੇ ਹੋ। ਤੇ ਆਈ ਟੋਟਲੀ ਅਗਰੀ ਕਿ ਜੇ ਇਸ ਤਰ੍ਹਾਂ ਅਸੀਂ ਭਾਵੇਂ ਸੰਸਾਰੀ ਕਿਰਤ, ਸੰਸਾਰੀ ਪੜ੍ਹਾਈ ਵੀ ਪੂਰੇ ਇੱਕ ਮਨ ਇੱਕ ਚਿੱਤ ਹੋ ਕੇ ਕਰੀਏ ਤੇ ਹੌਲੀ ਹੌਲੀ ਦੇਖਿਆ ਜਾਂਦਾ ਕਿ ਕਈ ਸਾਇੰਟਿਸਟ ਪਹਿਲੇ ਅਥੀਸਟ ਸੀ, ਪਹਿਲੇ ਨਾਸਤਕ ਸਨ, ਪਰ ਜਦੋਂ ਉਹਨਾਂ ਨੇ ਭਾਵੇਂ ਆਪਣੀ ਰਿਸਰਚ ਵਿੱਚ ਹੀ ਜਿਵੇਂ ਉਹ ਅੱਗੇ ਗਏ, ਜਿਵੇਂ ਸਟੀਵਨ ਹਾਕਿੰਗ ਇੱਕ ਬੜਾ ਵੱਡਾ ਫਿਜ਼ਿਸਿਸਟ ਹੈ, ਪਹਿਲੇ ਉਹ ਨਾਸਤਕ ਸੀ, ਫਿਰ ਉਹਨੇ ਜਿਵੇਂ ਰਿਸਰਚ ਕਰਦਾ ਗਿਆ, ਖੋਜ ਕਰਦਾ ਗਿਆ ਯੂਨੀਵਰਸ ਬਾਰੇ, ਹੌਲੀ ਹੌਲੀ ਪਰਮਾਤਮਾ 'ਚ ਵਿਸ਼ਵਾਸ ਬਣਨ ਲੱਗ ਗਿਆ ਉਹਦਾ। ਉਹਨੂੰ ਸਮਝ ਆਉਣ ਲੱਗ ਪਈ ਵੀ ਇਹ ਜੋ ਸਾਰਾ ਕੁਝ ਵੀ ਹੋ ਰਿਹਾ ਹੈ ਮੇਰੇ ਕੰਟਰੋਲ 'ਚ ਤਾਂ ਹੈ ਹੀ ਨਹੀਂ, ਇਹਦੇ ਵਿੱਚ ਪਰਮਾਤਮਾ ਦਾ ਇੱਕ ਐਕਸਟਰਨਲ ਫੋਰਸ ਦਾ ਰੋਲ ਹੈ। ਸੋ ਆਈ ਥਿੰਕ ਅੱਗੇ ਜਾ ਕੇ ਇਹ ਬਲੈਂਡ ਹੋ ਜਾਂਦੀਆਂ ਚੀਜ਼ਾਂ ਕਿ ਇਹ ਪੜ੍ਹਾਈ ਤੇ ਭਗਤੀ ਇਹ ਕੋਈ ਦੋ ਅਲੱਗ ਚੀਜ਼ਾਂ ਨਹੀਂ ਰਹਿ ਜਾਂਦੀਆਂ, ਅੱਗੇ ਜਾ ਕੇ ਬਲੈਂਡ ਜ਼ਰੂਰ ਹੋ ਜਾਂਦੀਆਂ। ਤੇ ਆਈ ਥਿੰਕ ਦੂਸਰਾ ਕੁਐਸਚਨ ਸੀ ਜਸਲੀਨ ਕੌਰ ਜੀ ਦਾ, ਬਈ ਜਿਹੜੇ ਨਹੀਂ ਕਰਦੇ ਭਗਤੀ ਫਿਰ ਉਹ ਕਿਵੇਂ ਸਕਸੈਸਫੁਲ ਹੋ ਜਾਂਦੇ ਨੇ? ਉਹ ਸਕਸੈਸਫੁਲ ਭਾਵੇਂ ਹੋ ਜਾਣ, ਜੇ ਉਹ ਸਕਸੈਸਫੁਲ ਹੋ ਕੇ ਵੀ ਪਰ ਉਹਨਾਂ ਦੇ ਅੰਦਰਲੀ ਜਿਹੜੀ ਖੁਸ਼ੀ ਹੈ ਨਾ, ਅੰਦਰਲਾ ਵਿਕਾਸ ਨਹੀਂ ਪੈਦਾ ਹੋਇਆ, ਉਹ ਸਕਸੈਸਫੁਲ ਨਹੀਂ ਹੋ ਗਏ। ਆਈ ਥਿੰਕ ਉਹ ਕਿਸੇ ਪ੍ਰਤੀ ਸਕਸੈਸਫੁਲ ਹੋ ਸਕਦੇ ਹਨ, ਬਟ ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜਾ ਅੰਦਰਲਾ ਵਿਕਾਸ ਹੈ ਉਹ ਆਪਣੇ ਪ੍ਰਤੀ ਵੀ ਉਹਨਾਂ ਨੂੰ ਪਤਾ ਕਿ ਮੈਂ ਕਿੰਨੇ ਪਾਣੀ 'ਚ ਹੈਗਾ ਕਿ ਮੈਂ ਸਕਸੈਸਫੁਲ ਨਹੀਂ ਹੋਇਆ। ਜੇ ਉਹ ਦੁਨਿਆਵੀ ਪੱਧਰ ਤੇ ਵੀ, ਮੈਂ ਕੱਲ ਇੱਕ ਬੁੱਕ ਪੜ੍ਹ ਰਿਹਾ ਸੀ, ਬੜੀ ਅੱਛੀ ਬੁੱਕ ਹੈ ਜੀ, ਈਗੋ ਇਜ਼ ਦ ਐਨਮੀ, ਤੇ ਉਹਦਾ ਰਾਈਟਰ ਹੈ, ਉਹਨੇ ਲਿਖਿਆ ਕਿ ਕਹਿੰਦਾ ਮੈਂ 21 ਸਾਲ ਦੇ ਵਿੱਚ ਬਹੁਤ ਉੱਚੀ ਅਵਸਥਾ ਦੇ ਮੇਰਾ ਨਾਮ ਸੀ ਦੁਨੀਆ ਵਿੱਚ। ਕਹਿੰਦਾ ਹਰ ਇੱਕ ਨੂੰ ਪਤਾ ਸੀ, ਮੈਂ 21 ਸਾਲ ਵਿੱਚ ਕੰਪਨੀ ਦਾ ਡਾਇਰੈਕਟਰ ਬਣ ਗਿਆ, 22 ਸਾਲ ਤੇ ਮੈਂ ਬੁੱਕ ਲਿਖੀ, ਮੇਰੀ ਬੁੱਕ ਵਰਲਡ ਦੀ ਟੌਪ ਸੈਲਰ ਬਣ ਗਈ। ਤੇ ਬਟ ਉਹਨੇ ਲਿਖਿਆ, ਕਹਿੰਦਾ ਕਿ ਜਦੋਂ ਮੈਂ 23 ਸਾਲ ਦਾ ਹੋਇਆ ਕਿ ਮੇਰੇ ਅੰਦਰ ਮੈਨੂੰ ਚੈਨ ਨਹੀਂ ਸੀਗਾ, ਮੇਰੇ ਅੰਦਰ ਨਾ, ਮੈਂ ਹਰ ਵੇਲੇ ਨਾ ਕੰਪਿਊਟਰ ਤੇ ਲੱਗਾ ਰਹਿੰਦਾ ਸੀ, ਮੇਰੇ ਅੰਦਰ ਕੁਝ ਚੀਜ਼ ਮਿਸਿੰਗ ਸੀ। ਫਿਰ ਜਦੋਂ ਉਹਨੇ ਆਪਣੇ ਆਪ ਇਕੱਲਾ ਬੈਠਾ, ਕਹਿੰਦਾ ਕਿ ਦੁਨੀਆ ਮੈਨੂੰ ਕਹਿੰਦੀ ਸੀ, ਮੇਰਾ ਆਟੋਗ੍ਰਾਫ ਮੰਗਦੀ ਸੀ, ਜਿੱਥੇ ਮੈਂ ਜਾਂਦਾ ਸੀ ਮੇਰਾ ਆਟੋਗ੍ਰਾਫ ਮੰਗਦੀ ਸੀ, ਬਟ ਮੈਨੂੰ ਪਤਾ ਸੀ ਕਿ ਮੈਂ ਰਾਤੀ ਸੋ ਵੀ ਨਹੀਂ ਪਾਉਂਦਾ ਸੀ ਚੈਨ ਨਾਲ। ਉਹਨੇ ਸਟਾਰਟਿੰਗ ਲਿਖਿਆ ਬੁੱਕ ਵਿੱਚ ਕਿ ਸਮਥਿੰਗ ਵਾਸ ਮਿਸਿੰਗ।
ਫਿਰ ਉਹਨੇ ਲਿਖਿਆ ਕਿ ਉਹਦੇ ਅੰਦਰ ਈਗੋ ਹਉਮੈ ਪੈਦਾ ਹੋ ਰਹੀ ਸੀ ਦਿਨ ਬਾਏ ਦਿਨ, ਬਟ ਉਹ ਕਹਿੰਦਾ ਦੁਨੀਆ ਨੂੰ ਨਹੀਂ ਪਤਾ ਸੀ ਮੇਰੇ ਅੰਦਰ ਕੀ ਚੱਲ ਰਿਹਾ। ਉਹਨਾਂ ਪ੍ਰਤੀ ਮੇਰਾ ਨਾਮ ਬਹੁਤ ਉੱਚਾ ਸੀ, ਬਟ ਸਮਥਿੰਗ ਵਾਸ ਮਿਸਿੰਗ, ਜਿਹੜੀ ਮੈਨੂੰ ਰਾਤੀ ਸੌਣ ਵੀ ਨਹੀਂ ਦਿੰਦੀ ਸੀ। ਸਿਮਿਲਰਲੀ ਆਈ ਥਿੰਕ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਆ ਬੜੇ ਸ਼ਬਦਾਂ ਵਿੱਚ ਕਿ ਚਾਹੇ ਦੁਨਿਆਵੀ ਤੌਰ ਤੇ ਜਿੰਨੇ ਮਰਜ਼ੀ ਸਾਡੇ ਕੋਲ ਬਹੁਤ ਸਾਡਾ ਨਾਮ ਹੋਵੇ, ਸ਼ੌਕਤ ਹੋਵੇ, ਬੜਾ ਕੁਝ ਹੋਵੇ, ਮਹਿਲ ਹੋਣ, ਜੇ ਉਹਦੀ ਨਜ਼ਰ ਨਹੀਂ ਹੈਗੀ ਇਹ ਕੁਝ ਵੀ ਨਹੀਂ ਹੈਗਾ। ਆਈ ਥਿੰਕ ਉਹਦੀ ਨਜ਼ਰ ਹੀ ਸਾਨੂੰ ਵਡਿਆਈਆਂ ਦੇਗੀ, ਉਹਦੀ ਨਜ਼ਰ ਹੀ ਸਾਨੂੰ ਵਿਕਾਸ ਦੇਗੀ, ਉਹੀ ਸਾਡਾ ਮਨੋਰਥ ਹੈ, ਉਹੀ ਸਾਨੂੰ ਕੰਪਲੀਟ ਕਰੇਗੀ, ਪੂਰਾ ਗੁਰੂ ਸਾਹਿਬ ਸਾਨੂੰ ਪੂਰਾ ਕਰਨ। ਵਾਹ ਜੀ, ਬਹੁਤ ਵਧੀਆ ਜੀ ਜੋ ਜੀ। ਮੈਨੂੰ ਲੱਗਦਾ ਕਿ ਬਹੁਤ ਸਾਰੇ ਸਕਸੈਸਫੁਲ ਬੰਦਿਆਂ ਨੇ ਮੈਂ ਪੜ੍ਹਦਾ ਕਿ ਸੁਸਾਈਡ ਕੀਤੇ ਨੇ ਸਕਸੈਸਫੁਲ ਹੋਣ ਦੇ ਬਾਵਜੂਦ ਵੀ। ਮੈਨੂੰ ਲੱਗਦਾ ਉਹਨਾਂ ਦੀ ਸਕਸੈਸ ਸਾਰੀ ਵਿਅਰਥ ਗਈ। ਤੇ ਜਿਹੜਾ ਇਹਨਾਂ ਨੇ ਪਹਿਲਾ ਕੁਐਸਚਨ ਕੀਤਾ ਸੀ, ਮਨਦੀਪ ਭੈਣ ਜੀ ਦਾ ਹੈਂਡ ਰੇਜ਼ ਹੈ ਜੀ, ਪਹਿਲਾਂ ਇਹਨਾਂ ਦੀ ਵਿਚਾਰ ਸੁਣਨ ਨੇ, ਬੜੀ ਪਿਆਰੀ ਵਿਚਾਰ ਕਰਦੇ ਨੇ ਜੀ। ਜੀ ਹਾਂਜੀ ਮਨਦੀਪ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਗੁਰਬਾਣੀ ਪ੍ਰਮਾਣ ਹੈ, ਗੁਰੂ ਭਗਤ ਜੀ ਦਾ ਆਏਗਾ, ਤੇਰੀ ਭਗਤ ਨਾ ਛੋਡੋ ਭਾਵੇਂ ਲੋਗ ਹੱਸੇ। ਇੱਕ ਹੋਰ ਜਗ੍ਹਾ ਗੁਰੂ ਅਮਰਦਾਸ ਜੀ ਵੀ ਕਹਿੰਦੇ ਨੇ, ਤੇਰੀ ਭਗਤ ਨਾ ਛੋਡੋ ਕਿਆ ਕੋ ਹੱਸੇ। ਕੀ ਕੋਈ ਹੱਸ ਲੇਗਾ ਸਾਡੇ ਤੇ, ਅਸੀਂ ਤੇਰੀ ਭਗਤ ਕਦੀ ਵੀ ਨਹੀਂ ਛੱਡ। ਇੱਕ ਹੋਰ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਨੇ, ਕਹਿੰਦੇ ਕਿ ਜਿਵੇਂ ਭਗਤ ਜਿਹੜੇ ਨੇ ਸਾਰੇ ਉਹਨਾਂ ਦੇ ਹੱਸਦੇ ਨੇ ਵੀ ਇਹ ਕੀ ਕਰਦੇ ਪਏ ਨੇ, ਇਹ ਤਾਂ ਕਿਸੇ ਹੋਰ ਹੀ ਧੰਦੇ ਵਿੱਚ ਲੱਗਦੇ ਨੇ, ਪਰ ਜਿਹੜੇ ਭਗਤ ਨੇ ਉਹਨਾਂ ਦੇ ਅੰਦਰਲੀ ਅਵਸਥਾ ਇਹੋ ਜਿਹੀ ਹੋ ਜਾਂਦੀ ਹੈ, ਬਿਨ ਨਾਵੇਂ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ। ਉਹ ਅੰਦਰੋਂ ਭਗਤ ਸਗੋਂ ਸਾਰਿਆਂ ਤੇ ਹੱਸਦੇ ਨੇ ਵੀ ਇਹ ਕਿਹੜੇ ਝੂਠੇ ਧੰਦਿਆਂ 'ਚ ਲੱਗੇ ਨੇ। ਇੱਕ ਵੱਖਰਾ ਕੌਤਕ ਵਰਤਦਾ, ਸਾਰੇ ਭਗਤਾਂ ਦੇ ਹੱਸਦੇ ਨੇ ਕਿ ਦੁਨਿਆਵੀ ਰੀਤ ਤੋਂ ਵੱਖਰੇ ਚੱਲਦੇ ਨੇ, ਪਰ ਭਗਤਾਂ ਦੇ ਅੰਦਰ ਵੱਖਰਾ ਹੀ ਵਿਕਾਸ ਹੁੰਦਾ ਵੀ ਇਹ ਤਾਂ ਉਸ ਗੁੱਜੀ ਚੀਜ਼ ਨੂੰ ਸਮਝ ਹੀ ਨਹੀਂ ਰਹੇ। ਬਿਨ ਨਾਵੇਂ ਜਗ ਕਮਲਾ ਫਿਰੈ ਗੁਰਮੁਖ ਨਜ਼ਰੀ ਆਇਆ। ਜਿਹੜੀ ਖੇਡ ਵਿੱਚ ਭਗਤ ਡੁੱਬੇ ਨੇ ਉਹ ਲੋਕਾਂ ਨੂੰ ਸਮਝ ਨਹੀਂ ਆ ਸਕਦੀ, ਤੇ ਲੋਕ ਜਿਹੜੇ ਰੰਗ ਵਿੱਚ ਨੇ ਉਹ ਭਗਤਾਂ ਦੇ ਹੱਸਦੇ। ਸੋ ਇੱਥੇ ਮੈਂ ਛੋਟਾ ਜਿਹਾ ਐਕਸਪੀਰੀਅੰਸ ਸ਼ੇਅਰ ਕਰਾਂਗੀ ਕਿ ਵੇਖੋ ਜਿਸ ਕਿਸ ਰੂਪ ਧਾਰਨ ਕਰਦੇ ਆ। ਜਿਵੇਂ ਮੈਂ ਜੇਕਰ ਆਪਣੀ ਗੱਲ ਕਰਾਂ, ਬੜੀਆਂ ਵਿਘਨਾਂ ਆਉਂਦੀਆਂ ਨੇ, ਜਿਵੇਂ ਫੇਸ਼ੀਅਲ ਹੇਅਰ ਆ ਜਾਂਦੇ ਨੇ ਜਦੋਂ ਤੇ ਲੋਕੀ ਬਹੁਤ ਮਜ਼ਾਕ ਕਰਦੇ ਨੇ। ਜੇ ਗੁਰਸਿੱਖੀ ਗੁਰਬਾਣੀ ਨਾਲ ਹੋ ਜਾਏ ਤੇ ਬਾਣਾ ਸਤਿਗੁਰੂ ਜੀ ਆਪ ਹੀ ਸੰਭਾਲ ਲੈਂਦੇ ਨੇ, ਫਿਰ ਇਹ ਕਿਰਪਾ ਹੋ ਜਾਂਦੀ ਹੈ। ਜੇ ਕੋਈ ਤੁਹਾਡੇ ਨਾਲ ਕਹਿੰਦਾ ਵੀ ਇਹ ਵੇਖੋ ਬੀਬੀ ਦੇ ਮੂੰਹ ਤੇ ਦਾੜੀ ਆਈ, ਤਾਂ ਉਹਦਾ ਕੋਈ ਫਰਕ ਹੀ ਨਹੀਂ ਪੈਂਦਾ। ਸੋ ਇਹ ਤਾਂ ਇੱਕ ਬੜੀ ਛੋਟੀ ਜੀ ਗੱਲ ਹੈ। ਸਤਿਗੁਰੂ ਜੀ ਬੇਅੰਤ ਕਿਰਪਾ ਬਖਸ਼ਣ। ਮੈਂ ਤਾਂ ਕਹਿੰਦੀ ਸਾਰਿਆਂ ਨੇ ਸਿੱਖੀ ਕੇ ਸੰਸਵਾਸਾਂ ਨਾਲ ਲਿਬੇ ਸਤਿਗੁਰੂ ਜੀ ਕਿਰਪਾ ਕਰਨ, ਬਾਣੀ ਬਾਣਾ ਆਪਾਂ ਸਭ ਨੂੰ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। वाह जी, बहुत बहुत प्यारी विचार। आई थिंक बड़ा एप्ट एग्जांपल देता है। ਹਾਂਜੀ ਵਾਹਿਗੁਰੂ ਜੀ। ਅਸੀਂ ਦੇਖੀਏ ਜੀ ਜੋ ਜਸਲੀਨ ਜੀ ਦਾ ਸਵਾਲ ਆਇਆ ਹੈ ਤੇ ਜੋ ਵਿਚਾਰ ਹੋਈ ਹੈ ਦਿਵਜੋਤ ਸਿੰਘ ਜੀ, ਜਗਨੀਤ ਕੌਰ ਜੀ ਜੀ ਨੇ ਕੀਤੀ ਹੈ, ਮੈਨੂੰ ਲੱਗਦਾ ਹੈ ਸਵਾਲ ਵੀ ਹੋਇਆ ਹੈ, ਜਵਾਬ ਵੀ ਆ ਗਿਆ ਹੈ। ਇੱਕ ਉਦਾਹਰਨ ਆਪਾਂ ਇਹਦੀ ਲੈ ਲੈਂਦੇ ਹਾਂ ਜੀ। 2 ਦਿਨ ਸ਼ਾਇਦ 2 ਜਾਂ 3 ਦਿਨ ਪਹਿਲਾਂ ਇੱਕ ਬਹੁਤ ਵੱਡਾ ਕੌਤਕ ਹੋਇਆ ਕੁਦਰਤ ਦੇ ਵਿੱਚ। ਕੀ ਕੋਈ ਸੰਗਤ ਵਿੱਚੋਂ ਦੱਸ ਸਕਦਾ ਜੀ ਕੀ ਕੌਤਕ ਹੋਇਆ ਜੀ, ਕਿਸ ਤਰ੍ਹਾਂ ਕੀ ਚੇਂਜ ਆਈ ਸੋਲਰ ਸਿਸਟਮ ਦੇ ਵਿੱਚ? ਸਾਰਿਆਂ ਨੂੰ ਪਤਾ ਹੋਏਗਾ ਇਹ ਜੋ ਅਸੀਂ ਆਪਣੀ ਇੰਡੀਅਨ ਲੈਂਗੁਏਜ ਦੇ ਵਿੱਚ ਅਸੀਂ ਇਹਨੂੰ ਸੂਰਜ ਗ੍ਰਹਿਣ ਮੰਨਿਆ ਹੈ, ਸਾਰਿਆਂ ਨੂੰ ਪਤਾ ਹੋਏਗਾ ਜੀ। ਤੇ ਬੜਾ ਖਬਰਾਂ ਵਿੱਚ ਵੀ ਆਇਆ ਹੈ ਔਰ ਟੀਵੀ ਚੈਨਲਾਂ ਤੇ ਵੀ ਵਾਰ-ਵਾਰ ਦਿਖਾਇਆ ਵੀ ਸੂਰਜ ਗ੍ਰਹਿਣ, ਸੋਲਰ ਐਕਲਿਪਸ ਜੋ ਹੈ ਉਹਦੇ ਬਾਰੇ ਗੱਲ। ਇਹ ਇੱਕ ਵਿਗਿਆਨ ਦੀ ਗੱਲ ਸੀ, ਇੱਕ ਗਿਆਨ ਸੀ ਜਿਹਨੇ ਪਤਾ ਕਰ ਲਿਆ ਵੀ ਇੰਨੀ ਤਰੀਕ ਨੂੰ ਇੰਨੇ ਵਜੇ ਸੂਰਜ ਤੇ ਧਰਤੀ ਦੇ ਵਿੱਚ ਚੰਦਰਮਾ ਆ ਜਾਏਗਾ, ਜਿਹੜਾ ਕਿ ਸੂਰਜ ਨੂੰ ਸਾਰਾ ਕਵਰ ਕਰ ਲਏਗਾ ਤੇ ਉਹਦਾ ਜਿਹੜਾ ਸਾਰਾ ਪ੍ਰਭਾਵ ਧਰਤੀ ਤੇ ਪਏਗਾ। ਇਹ ਵਿਗਿਆਨ ਦੀ ਖੋਜ ਸੀ, ਦੁਨਿਆਵੀ ਗਿਆਨ ਦੀ ਖੋਜ ਸੀ, ਜਿਹਨੇ ਸਾਰਿਆਂ ਨੂੰ ਇਸ ਚੀਜ਼ ਦੇ ਆਲੇ ਦੁਆਲੇ ਸਾਰਿਆਂ ਦੀ ਸੋਚ ਘੁੰਮ ਰਹੀ ਸੀ। ਪਰ ਜਿਹੜੇ ਨਾਮ ਰਸੀਏ ਹਨ, ਜਿਹੜੇ ਭਗਤ ਹਨ, ਜਿਨ੍ਹਾਂ ਨੂੰ
ਅੰਦਰੂਨੀ ਗਿਆਨ ਜਾਂ ਜਿਹੜਾ ਕਹੀਏ ਜਿਹੜਾ ਸਪਿਰਿਚੁਅਲ, ਜਿੰਨਾ ਕੋਈ ਸਪਿਰਿਚੁਅਲਿਟੀ ਹੈ, ਉਹਨਾਂ ਦੀ ਅਵਸਥਾ ਇਸ ਗਿਆਨ ਤੋਂ ਵੀ ਇਸ ਉਦਾਹਰਣ ਲੈ ਕੇ ਹੋਰ ਉੱਪਰ ਸੀ। ਆਮ ਲੋਕ ਜਿਹੜੀ ਸੋਚ ਜਿਹੜੀ ਹੈ ਉਹ ਸਿਰਫ ਇੱਥੇ ਤੱਕ ਸੀ ਵੀ ਸੂਰਜ ਤੇ ਧਰਤੀ ਦੇ ਵਿੱਚ ਚੰਦਰਮਾ ਆ ਗਿਆ ਜਾਂ ਚੰਦਰਮਾ ਗ੍ਰਹਿਣ ਲੱਗਦਾ ਹੈ। ਪਰ ਜਿਹੜੇ ਭਗਤਾਂ ਦੀ ਸੋਚ ਸੀ ਵੀ ਇਹ ਕਿਸ ਤਰ੍ਹਾਂ ਹੋ ਰਿਹਾ ਹੈ, ਇਹ ਕੌਣ ਕਰ ਰਿਹਾ ਹੈ। ਔਰ ਇੱਕ ਸੂਰਜ ਹੈ, ਇੱਕ ਚੰਦਰਮਾ ਹੈ, ਇੱਕ ਧਰਤੀ ਹੈ, ਧਰਤੀ ਦੇ ਵਿੱਚ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਆਪਾਂ ਪੜ੍ਹਦੇ ਹਾਂ, ਇਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ। ਕੀ ਉਦੋਂ ਵਿਚਾਰ ਨਹੀਂ ਚੱਲੀ ਸਾਡੇ ਮਨ ਵਿੱਚ ਵੀ ਅਸੀਂ ਧਰਤੀ ਦੇ ਉੱਤੇ ਵਿਚਰ ਰਹੇ ਹਾਂ, ਕਿੰਨੇ ਨਾਵਾਂ ਦੇ ਕਿੰਨੇ ਅਲੱਗ-ਅਲੱਗ ਤਰ੍ਹਾਂ ਦੇ ਜੀਵ ਹਨ, ਉਹ ਧਰਤੀ ਦੀ ਵੀ ਕਿੰਨੀ ਕੁ ਪਾਇਆ ਹੈ, ਇੱਕ ਪੁਆਇੰਟ ਹੈ ਯੂਨੀਵਰਸ ਦੇ ਵਿੱਚ। ਤੇ ਉਹ ਸੂਰਜ ਕਿੰਨਾ ਵੱਡਾ ਹੈ, ਚੰਦਰਮਾ ਕਿੰਨਾ ਵੱਡਾ ਹੈ, ਧਰਤੀ ਕਿੱਥੇ ਹੈ, ਕਿੰਨੇ ਲੱਖਾਂ ਕਿਲੋਮੀਟਰ ਦੇ ਡਿਸਟੈਂਸ ਦੇ ਉੱਤੇ ਇੱਕ ਦੂਜੇ ਨਾਲ ਉਹ ਵਰਤਾਰਾ ਜਿਹੜਾ ਯੂਨੀਵਰਸ ਦੇ ਵਿੱਚ ਚੱਲ ਰਿਹਾ ਹੈ। ਸੋ ਭਗਤਾਂ ਦੀ ਇਹ ਮੈਨੂੰ ਲੱਗਦਾ ਅਵਸਥਾ ਬਣ ਜਾਂਦੀ ਹੈ। ਗਿਆਨ ਉਹਨਾਂ ਕੋਲ ਵੀ ਹੈ, ਵਿਗਿਆਨੀਆਂ ਕੋਲ ਵੀ ਹੈ, ਗਿਆਨ ਭਗਤਾਂ ਕੋਲ ਵੀ ਹੈ। ਪਰ ਜਿਹੜਾ ਵਿਗਿਆਨੀਆਂ ਦਾ ਗਿਆਨ ਹੈ, ਜਿਹੜਾ ਅਸੀਂ ਸੋਚਦੇ ਹਾਂ, ਜਿੱਦਾਂ ਜਸਲੀਨ ਜੀ ਨੇ ਕਿਹਾ, ਨਾਸਤਿਕ ਬੰਦੇ ਹਨ ਜੋ ਫੈਕਟਸ ਤੇ ਕੰਮ ਕਰਦੇ ਹਨ, ਉਹਦੇ ਵਿੱਚ ਵਿਸਮਾਦ ਨਹੀਂ ਹੈ, ਉਹਦੇ ਵਿੱਚ ਵਿਕਾਸ ਨਹੀਂ ਹੈ, ਉਹਦੇ ਵਿੱਚ ਸੱਚ ਨਹੀਂ ਹੈ, ਉਹਦੇ ਵਿੱਚ ਸੋਰਸ ਦਾ ਆਨੰਦ ਨਹੀਂ ਹੈ। ਤੇ ਭਗਤ ਜਿਹੜੇ ਹੈ ਇਹ ਗਿਆਨ ਦੇ ਨਾਲ ਇਹਨਾਂ ਚੀਜ਼ਾਂ ਦੇ ਉੱਤੇ ਜ਼ਿਆਦਾ ਜੁੜੇ ਹੁੰਦੇ ਹਨ। ਵਿਕਾਸ, ਵਿਸਮਾਦ, ਜਦੋਂ ਵਿਸਮਾਦ ਆ ਜਾਂਦਾ ਹੈ, ਮੈਨੂੰ ਲੱਗਦਾ ਹੈ ਉਹ ਦੁਨਿਆਵੀ ਗਿਆਨ ਤੋਂ ਵੀ ਉੱਚੇ ਦੀ ਗੱਲ ਹੈ। ਇਸੇ ਵਿਚਾਰ ਨੂੰ ਕਬੀਰ ਜੀ ਜ਼ੋਰ ਦੇ ਰਹੇ ਹਨ। ਜਿੱਦਾਂ ਅਸੀਂ ਸਮਝਦੇ ਹਾਂ, ਜਿਹੜਾ ਦੁਨਿਆਵੀ ਜਦੋਂ ਬੱਦਲ ਆਉਂਦਾ ਹੈ, ਵਰਖਾ ਹੁੰਦੀ ਹੈ, ਤੇ ਉਹ ਕਹਿੰਦੇ ਵਰਖਾ ਹੋ ਰਹੀ, ਆਮ ਬੰਦਾ ਕਹਿੰਦਾ ਵਰਖਾ ਹੋ ਰਹੀ, ਮੀਂਹ ਪੈ ਰਿਹਾ। ਤੇ ਬਾਣੀ ਕਹਿੰਦੀ ਹੈ, ਕਿਆ ਉਠ ਦੇਖੈ ਬਪੜੇ ਮੇਘੈ ਹੱਥ ਕਿਛ ਨਾ ਹੈ, ਜਿਨ ਇਹ ਮੇਘ ਪਠਾਇਆ ਤਿਹ ਰਾਖੋ ਮਨ ਮਾਹਿ। ਇਹ ਹੋਰ ਉੱਤੇ ਦਾ ਗਿਆਨ ਹੈ। ਮਤਲਬ ਉਹ ਜਿਹੜਾ ਦੁਨਿਆਵੀ ਗਿਆਨ ਵੀ ਗਿਆਨ ਹੈ, ਪਰ ਅਧੂਰਾ ਗਿਆਨ ਹੈ, ਜਿਹਦੇ ਵਿੱਚ ਵਿਸਮਾਦ ਨਹੀਂ ਹੈ, ਵਿਕਾਸ ਨਹੀਂ ਹੈ, ਆਨੰਦ ਨਹੀਂ ਹੈ। ਤੇ ਜਿਹੜਾ ਭਗਤਾਂ ਦਾ ਗਿਆਨ ਹੈ, ਉਹ ਸਪਿਰਿਚੁਅਲਿਟੀ ਹੈ ਜਿਹੜੀ, ਉਹ ਇਸ ਗਿਆਨ ਤੋਂ ਵੀ ਉੱਤੇ ਹੈ, ਜਿਹੜੀ ਵਿਸਮਾਦ, ਵਿਕਾਸ, ਆਨੰਦ ਦੇ ਉਹ ਸਾਨੂੰ ਕੱਢ ਕੇ ਉਸ ਪਰਮਾਤਮਾ ਦੇ ਨਾਲ ਜੋੜੀ ਰੱਖਦੀ ਹੈ। ਤੋ ਜੋ ਜੀਵਨ ਦਾ ਜਿਹੜਾ ਸਾਡਾ ਅਸਲ ਮਨੋਰਥ ਹੈ, ਉਹਦੇ ਤੱਕ ਸਾਨੂੰ ਸੁਚੇਤ ਰੱਖਦੀ ਹੈ ਵੀ ਕਰਨ ਵਾਲਾ ਪਰਮਾਤਮਾ ਹੈ। ਕਾਰਨ ਜਿਹੜਾ ਕੋਈ ਵੀ ਹੋਵੇ, ਪਰ ਕਾਰਨ ਦਾ ਕਰਤਾ ਵੀ ਉਹ ਪਰਮਾਤਮਾ ਹੀ ਹੈ। ਸੋ ਇਹ ਮੈਨੂੰ ਲੱਗਦਾ ਹੈ ਇਹਦੇ ਵਿੱਚ ਸਾਡੀ ਇਹ ਉਦਾਹਰਨ ਜੀ। ਇੱਕ ਛੋਟੀ ਜੀ ਗੱਲ, ਅਮਰਜੀਤ ਭੈਣ ਜੀ ਦਾ ਹੈਂਡ ਰੇਸ ਸੀਗਾ ਵਿੱਚ, ਅਗਰ ਉਹ ਹੈਗੇ ਨੇ ਜੀ, ਕਿਉਂਕਿ ਮੇਰਾ ਕਨੈਕਸ਼ਨ ਵਿੱਚੋਂ ਕੱਟਿਆ ਗਿਆ ਜੀ। ਹਾਂਜੀ ਅਮਰਜੀਤ ਭੈਣ ਜੀ ਅਗਰ ਹੈ ਤਾਂ ਵੀਡੀਓ ਔਨ ਕਰਨ ਜੀ ਆਪਣਾ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਵਾਜ਼ ਆ ਰਹੀ ਹੈ ਜੀ? ਹਾਂਜੀ ਹਾਂਜੀ ਆ ਰਹੀ ਜੀ। ਹਾਂਜੀ ਵੀਰ ਜੀ, ਮੈਂ ਇਸੇ ਨਾਲ ਰਿਲੇਟਡ ਕਬੀਰ ਜੀ ਦਾ ਸ਼ਬਦ ਜਾਨੀ ਜਾਨੀ ਰੇ ਰਾਜਾ ਰਾਮ ਦੀ ਕਹਾਣੀ, ਜਾਨੀ ਜਾਨੀ ਰੇ ਰਾਜਾ ਰਾਮ की कहानी, अंतर जोत राम प्रगासा गुरमुख बिरले जाने। ये भाई कबीर जी कहते हैं कि ये भाई जे कोई मनुष्य अपने आप को गुरु के हवाले करता है, वो प्रकाश रूप परमात्मा का मेल की अवस्था ਨੂੰ समझ ਲੈਂਦਾ है, उसके अंदर जोत जग पैंदी है, उसके अंदर राम का प्रकाश हो जाता है। पर इस अवस्था को जान पहचान, इस अवस्था का जान पहचान करने वाला कोई बिरला ही मनुष्य होता है। परमात्मा का जपण नाल मनुष्य ਨੂੰ ਦੁਨੀਆ ਦੀ ਸਮਝ ਆ ਜਾਂਦੀ ਹੈ। ਮਨੁੱਖ ਦੁਨੀਆ ਦੀਆਂ ਸੁੱਖ ਸੁਵਿਧਾਵਾਂ ਦੇ ਪਿੱਛੇ ਭੱਜਣ ਦੀ ਥਾਂ ਪਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਹੈ। ਜਿਹੜਾ ਮਨੁੱਖ ਪਰਮਾਤਮਾ ਦੇ ਸਨਮੁਖ ਹੁੰਦਾ ਹੈ, ਉਸ ਨੂੰ ਸਾਰੀ ਸੋਝੀ ਆ ਜਾਂਦੀ ਹੈ। ਉਹ ਇੱਕ ਭਵਰੇ ਨਾਲ ਮਸਤ ਰਹਿੰਦਾ ਹੈ। ਦੁਨੀਆ ਦੇ ਸੁੱਖ ਨਾਲ ਕੋਈ ਮਤਲਬ ਨਹੀਂ। ਉਸਦੇ ਅੰਦਰ ਇੱਕ ਅਜਿਹਾ ਟੁੱਟਾ ਉੱਗ ਪੈਂਦਾ ਹੈ ਜੋ ਉਸਦੇ ਅੰਦਰਲੀ ਤ੍ਰਿਸ਼ਨਾ ਨੂੰ ਪੁਕਾਰ ਦਿੰਦਾ ਹੈ। ਕਬੀਰ ਜੀ ਕਹਿੰਦੇ ਹਨ, ਮੈਂ ਇਹੋ ਜਿਹੇ ਗੁਰਮੁਖਾਂ ਦਾ ਦਾਸ ਹਾਂ। ਵਾਹਿਗੁਰੂ ਜੀ। ਵਾਹ ਜੀ। ਹਾਂਜੀ ਵਾਹਿਗੁਰੂ ਜੀ, ਵਾਹਿਗੁਰੂ ਜੀ ਇਹੀ ਕਹਿਣਾ ਚਾਹੁੰਦੇ ਨੇ ਕਿ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ, ਕੋਈ ਇਹ ਅਵਸਥਾ ਨੂੰ ਜਾਣ ਸਕਦਾ ਹੈ। ਉਹ ਨਾਮ ਜਪ ਕੇ ਇਸ ਅਵਸਥਾ ਨੂੰ ਜਾਣ ਸਕਦਾ। ਵਾਹਿਗੁਰੂ ਜੀ।
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸੰਗਤ ਦੀ ਗਿਆਨ ਲਈ ਦੱਸਦਿਆਂ ਜੀ, ਭੈਣ ਜੀ ਜਾਂ ਹੋਰ ਬਹੁਤ ਸਾਰੀ ਸੰਗਤ ਸਾਡੇ ਨਾਲ ਇਸ ਤਰ੍ਹਾਂ ਦੀ ਜੁੜਦੀ ਹੈ। ਸਵੇਰੇ ਇਹਨਾਂ ਦਾ ਨੇਮ ਹੈ ਜੀ, ਸਵੇਰੇ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਜੋ ਇੱਕ ਕਲਾਸ ਹੋਰ ਕੀਰਤਨ ਦੀ ਚੱਲਦੀ ਹੈ, ਸਵੇਰੇ ਨਿਤਨੇਮ ਦੀ ਚੱਲਦੀ ਹੈ, ਉਹ ਅਟੈਂਡ ਕਰਨ ਤੋਂ ਬਾਅਦ ਇਹ ਭੈਣ ਜੀ ਵੀ ਔਰ ਬਾਕੀ ਹੋਰ ਸੰਗਤ ਵੀ ਸਾਡੇ ਨਾਲ ਉਸ ਤੋਂ ਬਾਅਦ ਜੁੜਦੀ ਹੈ ਜੀ। ਬਹੁਤ ਧੰਨਵਾਦ ਭੈਣ ਜੀ ਦਾ, ਅਮਰਜੀਤ ਭੈਣ ਜੀ ਦਾ। ਬਹੁਤ ਪਿਆਰੀ ਵਿਚਾਰ ਇਹ ਕਰਨਾ ਚਾਹੁੰਦੇ ਸੀ, ਕਹਿੰਦੇ ਮੇਰਾ ਹੈਂਡ ਰੇਜ਼ ਨਹੀਂ ਸੀ ਹੋ ਰਿਹਾ, ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਬਹੁਤ ਪਿਆਰੀ ਵਿਚਾਰ, ਜਾਨੀ ਜਾਨੀ ਰੇ ਰਾਜਾ ਰਾਮ ਦੀ ਕਹਾਣੀ, ਬਿਲਕੁਲ ਇਸ ਨਾਲ ਟੁਕਦੀ ਵੀ ਹੈ ਜੀ। ਪਰ ਜੋ ਅੱਜ ਦਾ ਪ੍ਰਪੇਖ ਸੀ, ਜੋ ਅੱਜ ਦਾ ਵਿਸ਼ਾ ਸੀ ਗਿਆਨ ਔਰ ਭਗਤੀ ਦਾ, ਮੈਨੂੰ ਲੱਗਦਾ ਬਹੁਤ ਸੋਹਣਾ ਅੱਜ ਉਹ ਸਾਨੂੰ ਅੱਜ ਸਮਝ ਆਈ ਹੈ ਪੂਰੀ, ਕਿ ਭਗਤੀ ਵੀ ਤੇ ਪੜ੍ਹਾਈ ਵੀ ਦੋਨੋਂ ਚੀਜ਼ਾਂ ਆਪਣੀ ਆਪਣੀ ਜਗ੍ਹਾ ਤੇ ਬਹੁਤ ਇੰਪੋਰਟੈਂਟ ਹਨ। ਹਾਂ, ਭਗਤੀ ਦਾ ਕਿਉਂਕਿ ਮਾਰਗ ਬੜਾ ਉੱਚਾ ਸੁੱਚਾ ਹੈ ਔਰ ਸਾਰੀ ਚੀਜ਼ ਈਵਨ ਪੜ੍ਹਾਈ ਵੀ ਸਾਨੂੰ ਭਗਤੀ ਨਾਲ ਬਹੁਤ ਵਧੀਆ ਮਿਲ ਸਕਦੀ ਹੈ, ਕਿਉਂਕਿ ਅਸੀਂ ਸਾਰਿਆਂ ਨੂੰ ਆਪਣੀ ਦੂਸਰੀ ਕਲਾਸ ਵਿੱਚ ਇਹ ਵਿਚਾਰ ਹੁੰਦੀ ਹੈ ਕਿ ਜਿਹੜੇ ਬਹੁਤ ਵੱਡੀ ਪੜ੍ਹਾਈ ਕਰਨੀ ਚਾਹੁੰਦੇ ਹਨ ਉਹ ਨਾਲ ਨਾਲ ਭਗਤੀ ਜ਼ਰੂਰ ਕਰਨ। ਔਰ ਜਿਹੜੇ ਭਗਤ ਵੀ ਹਨ ਸਾਡੇ ਨਾਲ, ਕਿਉਂਕਿ ਸਾਰੇ ਬੱਚੇ ਜਿਹੜੇ ਸਾਡੇ ਨਾਲ ਜੁੜਦੇ ਹਨ ਬੜੇ ਵਧੀਆ ਵਿਚਾਰ ਨਿਤਨੇਮ ਦੀ ਵੀ ਜਾਂ ਹੋਰ ਬਾਣੀਆਂ ਦੀ ਵੀ ਕਰਦੇ ਹਨ। ਬੜੀ ਬਖਸ਼ਿਸ਼ ਹੈ ਸਾਡੇ ਤੇ। ਅੱਜ ਅਸੀਂ ਬਹੁਤ ਸਾਰਾ ਸਮਾਂ ਲੈ ਗਏ ਹਾਂ ਕਿਉਂਕਿ ਵਿਚਾਰ ਬਹੁਤ ਪਿਆਰੀ ਸੀ ਸਾਡੇ ਨਾਲ। ਜਿਹੜੇ ਸੰਗਤ ਜੁੜੀ ਸੀ ਉਹਨਾਂ ਨੇ ਵਿਚਾਰ, ਉਹਨਾਂ ਦੀ ਵਿਚਾਰ ਕਰਦਿਆਂ ਕਰਦਿਆਂ ਸਾਨੂੰ ਟਾਈਮ ਦਾ ਪਤਾ ਵੀ ਨਹੀਂ ਲੱਗਿਆ ਕਿ ਕਿੱਥੇ ਟਾਈਮ ਚਲਾ ਗਿਆ ਜੀ। ਮੈਂ ਫਿਰ ਦੁਬਾਰਾ ਸਾਰੀ ਸੰਗਤ ਕੋਲੋਂ ਜੋ ਅਸੀਂ ਕਿਹਾ ਸੁਣਿਆ, ਅਗਰ ਕਿਸੇ ਨੂੰ ਬਹੁਤ ਵਧੀਆ ਲੱਗਿਆ ਤਾਂ ਉਹ ਸਾਰੇ ਆਪਣੇ ਗਿਆਨ ਗੋਲਕ ਵਿੱਚ ਰੱਖ ਲੈਣਾ ਜੀ। ਜਿਹੜੀ ਚੀਜ਼ ਨਹੀਂ ਸਮਝ ਆਈ ਉਹ ਦੁਬਾਰਾ ਹੋਰ ਵਿਚਾਰ ਕਰਾਂਗੇ। ਬੋਲਦੇ ਹਾਂ ਬਹੁਤ ਸਾਰੀਆਂ ਭੁੱਲਾਂ, ਅਸੀਂ ਗਲਤੀਆਂ ਕਰ ਜਾਂਦੇ ਹਾਂ, ਆਪ ਸੰਗਤ ਬਖਸ਼ਣਯੋਗ ਹੋ ਬਖਸ਼ ਲੈਣਾ। ਸਾਰੀ ਸੰਗਤ ਇੱਕ ਵਾਰੀ ਗੱਜ ਕੇ ਫਤਿਹ ਬੁਲਾਓ ਜੀ। ਇੱਕ ਵਾਰੀ ਫਤਿਹ ਬੁਲਾਉਣ ਤੋਂ ਪਹਿਲਾਂ ਸ਼ਲੋਕ, ਫਤਿਹ ਬੁਲਾਉਣ ਤੋਂ ਬਾਅਦ ਸ਼ਲੋਕ ਸਾਰੇ ਆਪਾਂ ਜਿਹੜੇ 2 ਸ਼ਲੋਕ ਹੈ ਉਹਨੂੰ ਇੱਕ ਵਾਰੀ ਜ਼ਰੂਰ ਵਿਚਾਰਾਂਗੇ ਜੀ। ਮੈਂ ਦਿਵਜੋਤ ਜੀ ਨੂੰ ਦੋਨੋਂ ਜੋੜੀ ਨੂੰ ਕਹਾਂਗਾ ਕਿ ਬੜੇ ਪਿਆਰ ਨਾਲ, ਜਿਵੇਂ ਪਹਿਲਾਂ ਇਹਨਾਂ ਨੇ ਸਾਨੂੰ ਸਰਵਣ ਕਰਾਏ ਹਨ, ਉਸ ਤਰ੍ਹਾਂ ਦੋਨੋਂ ਸ਼ਲੋਕ ਪੜ੍ਹ ਕੇ ਉਸ ਤੋਂ ਬਾਅਦ ਅਸੀਂ ਸਾਰੀ ਇਹ ਸਮਾਪਤੀ ਕਰਾਂਗੇ। ਫਤਿਹ ਦਾ ਜਵਾਬ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸ਼ਲੋਕ ਪੜ੍ਹੋ ਜੀ। कबीर मैं जान्यो पढ़बो पलो, पढ़बे स्यों पल जोग, भगत न छाडो राम की, पावै निंदो लोग। कबीर मैं जान्यो पढ़बो पलो, पढ़बे स्यों पल जोग, भगत न छाडो राम की, पावै निंदो लोग। कबीर लोग के निंदे बकुड़ा, ते मन नाही ज्ञान, राम कबीरा रव रहे, अवर तजे सब काम। कबीर लोग के निंदे बकुड़ा, ते मन नाही ज्ञान, राम कबीरा रव रहे, अवर तजे सब काम। वाहिगुरु जी ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ वाहिगुरु जी ਕੀ की ਫਤਿਹ। फतेह।